विचार भगत कबीर साहब जी दे पावन सलोक भाई साहब जी पासों आप जियां ने सरवण कीते। ਅੰਮ੍ਰਿਤਮਈ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਪਾਵਨ ਸਲੋਕਾਂ ਦੇ ਰਾਹੀਂ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਜਹ ਅਨ ਭਉ ਤਹ ਪੈ ਨਹੀਂ। ਜਹ ਭਉ ਤਹ ਹਰ ਨਾਹੇ। ਕਹਿਓ ਕਬੀਰ ਵਿਚਾਰ ਕੈ। ਸੰਤ ਸੁਨੋ ਮਨ ਮਾਹੇ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਪਾਵਨ ਸ਼ਲੋਕ ਜੋ ਆਪ ਜੀਆਂ ਨੇ ਸਰਵਣ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1374 ਦੇ ਉੱਪਰ ਸੁਭਾਏਮਾਨ ਨੇ। ਕਬੀਰ ਸਾਹਿਬ ਜੀ ਅੱਜ ਦੇ ਪਾਵਨ ਬਚਨਾਂ ਵਿੱਚ ਕਿਰਪਾ ਕਰਦੇ ਨੇ ਕਿ ਜਿੱਥੇ ਪਰਮੇਸ਼ਵਰ ਦੇ ਪ੍ਰਤੀ ਅੰਦਰ ਭਾਉ ਦਾ ਅਰਥ ਹੁੰਦਾ ਹੈ ਡਰ, ਕਿ ਉਸ ਕਰਤਾਰ ਦਾ, ਕਰਤੇ ਦਾ, ਪਰਮੇਸ਼ਵਰ ਦਾ ਡਰ ਜਿੱਥੇ ਨਹੀਂ ਹੁੰਦਾ, ਉੱਥੇ ਸੰਸਾਰਿਕ ਡਰ ਪੈਦਾ ਹੋ ਜਾਂਦਾ ਹੈ। ਤੇ ਜਿੱਥੇ ਦੁਨਿਆਵੀ ਡਰ ਪੈਦਾ ਹੋ ਜਾਏ, ਉੱਥੇ ਪਰਮੇਸ਼ਵਰ ਦਾ ਡਰ ਨਹੀਂ। ਤੇ ਜਿੱਥੇ ਪਰਮੇਸ਼ਵਰ ਦਾ, ਕਰਤੇ ਦਾ ਡਰ ਹੁੰਦਾ ਹੈ, ਉੱਥੇ ਸੰਸਾਰਿਕ ਡਰ ਖਤਮ ਹੋ ਜਾਂਦੇ ਨੇ। ਇੱਥੋਂ ਤੱਕ ਕਿ ਜਮ ਦਾ ਮਤਲਬ ਹੈ ਦੁੱਖ। ਜਮ ਦਾ ਡਰ ਵੀ, ਔਰ ਸਭ ਤੋਂ ਵੱਡਾ ਡਰ ਹੁੰਦਾ ਹੈ ਮੌਤ ਦਾ। ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ ਜਿੱਥੇ ਕਰਤਾਰ ਪਰਮੇਸ਼ਵਰ ਦਾ ਡਰ ਹਿਰਦੇ ਵਿੱਚ ਬਣ ਆਵੇ। ਇਸ ਲਈ ਦੋ ਅਰਥ ਜਿਹੜੇ ਨੇ ਇਹਦੇ ਅਸੀਂ ਕਰ ਸਕਦੇ ਹਾਂ। ਅਨਭਉ ਦਾ ਮਤਲਬ ਕਿ ਜਿੱਥੇ ਭੈ ਨਹੀਂ, ਡਰ ਨਹੀਂ। ਔਰ ਦੂਸਰਾ ਇਹਦਾ ਅਰਥ ਹੈ ਅਨੁਭਵ। ਜਿਨੇ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਕੇ ਇਹ ਅਨੁਭਵ ਕਰ ਲਿਆ ਕਿ ਉਹ ਪਰਮੇਸ਼ਵਰ ਦਾ ਹੁਕਮ ਸਾਰੇ ਸੰਸਾਰ ਤੇ ਹੈ। ਸਾਰੀ ਦੁਨੀਆ ਦਾ ਮਾਲਕ ਇੱਕ ਹੈ। ਔਰ ਜਿਹਨੂੰ ਆਪਣੇ ਜੀਵਨ ਦਾ ਅਨੁਭਵ ਹੋ ਗਿਆ ਕਿ ਮੈਂ ਕੌਣ ਹਾਂ, ਇਸ ਜਨਮ ਦੇ ਵਿੱਚ ਕਿਉਂ ਆਇਆ ਹਾਂ, ਔਰ ਮੈਂ ਇਸ ਸੰਸਾਰ ਵਿੱਚ ਆ ਕੇ ਕਰਨਾ ਕੀ ਹੈ ਤੇ ਮੈਂ ਕਰ ਕੀ ਰਿਹਾ ਹਾਂ, ਜਿਹਨੂੰ ਇਹ ਸੋਝੀ ਆ ਜਾਏ, ਸਮਝ ਆ ਜਾਏ, ਉਹਦੇ ਅੰਦਰ ਫਿਰ ਵਿਕਾਰਾਂ ਦਾ, ਜਮ ਦਾ ਡਰ ਨਹੀਂ ਰਹਿ ਜਾਂਦਾ।
ਜਿਹਨੂੰ ਇਹ ਸਮਝ ਆ ਜਾਏ ਕਿ ਸਾਰੇ ਸੰਸਾਰ ਦਾ, ਇਸ ਕੁਦਰਤ ਦਾ ਕਰਤਾ ਜਿਹੜਾ ਕਾਦਰ ਹੈ ਉਹ ਇੱਕ ਪਰਮੇਸ਼ਵਰ ਹੈ, ਉਹ ਫਿਰ ਉਹਦੇ ਭੈ ਦੇ ਵਿੱਚ, ਉਹਦੇ ਡਰ ਦੇ ਵਿੱਚ ਉਹ ਜਿਉਂਦਾ ਹੈ। ਉਹ ਫਿਰ ਸੰਸਾਰ ਦੇ ਭੈ ਡਰ ਵਿੱਚ ਨਹੀਂ ਜਿਉਂਦਾ। ਇਸ ਲਈ ਆਪਣੇ ਜੀਵਨ ਦਾ ਅਨੁਭਵ ਜਿਹੜਾ ਹੈ ਅਧਿਆਤਮਕ ਤਲ ਤੇ ਉਹ ਕਿਸੇ ਕਿਸੇ ਨੂੰ ਹੀ ਹੁੰਦਾ ਹੈ, ਨਹੀਂ ਤੇ ਦੁਨੀਆ ਦਾ ਅਨੁਭਵ ਤਾਂ ਹਰ ਦੇ ਇੱਕ ਦੇ ਕੋਲ ਹੈ। ਜਾਂ ਜਿਵੇਂ ਜਿਵੇਂ ਅਸੀਂ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਵਿਚਰਦੇ ਜਾਵਾਂਗੇ, ਜਿਵੇਂ ਸਾਡੀ ਦੁਨੀਆ ਦੇ ਵਿੱਚ ਉਮਰ ਵੱਧਦੀ ਜਾਏਗੀ, ਤੇ ਵੱਡੀ ਉਮਰ ਵਾਲੇ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਇਹਨੂੰ ਜ਼ਿੰਦਗੀ ਦਾ ਬੜਾ ਅਨੁਭਵ ਹੈ, ਇਹਨੂੰ ਦੁਨੀਆ ਦੀ ਬੜੀ ਸੋਝੀ ਹੈ, ਇਹਨੂੰ ਸੰਸਾਰ ਦਾ ਬੜਾ ਗਿਆਨ ਹੈ, ਕਿਉਂਕਿ ਦੁਨੀਆ ਦੇ ਵਿੱਚ ਰਹਿ ਰਹਿ ਕੇ, ਵਿਚਰ ਵਿਚਰ ਕੇ ਇਹਨੂੰ ਬਹੁਤ ਅਨੁਭਵ ਹੋ ਗਿਆ। ਪਰ ਕਹਿ ਗੁਰਬਾਣੀ ਦੇ ਮੁਤਾਬਕ ਸਾਨੂੰ ਇਹ ਸਮਝਾਇਆ ਜਾ ਰਿਹਾ ਕਿ ਉਸ ਕਰਤਾਰ ਤੇ ਆਪਣੇ ਆਪ ਦਾ ਅਨੁਭਵ ਜਿਹੜਾ ਹੈ ਉਹ ਕਿਸੇ ਕਿਸੇ ਨੂੰ ਹੁੰਦਾ ਹੈ, ਕਿਉਂਕਿ ਸਾਰਾ ਸੰਸਾਰ ਹੀ ਇੱਕ ਡਰ ਵਿੱਚ ਜੀ ਰਿਹਾ ਹੈ। ਤੋ ਕਬੀਰ ਸਾਹਿਬ ਜੀ ਦਾ ਅੱਜ ਦਾ ਇਹ ਪਾਵਨ ਸ਼ਲੋਕ, ਜਿਹਦੇ ਵਿੱਚ ਕਿਰਪਾ ਕਰਦੇ ਨੇ ਕਿ ਜਹ ਅੰਨ ਭਾਉ ਤਹ ਭੈ ਨਹੀਂ, ਜਿੱਥੇ ਅੰਨ ਭਾਉ, ਡਰ ਤੋਂ ਰਹਿਤ ਜੀਵਨ ਦੀ ਅਵਸਥਾ ਬਣ ਜਾਏ, ਉੱਥੇ ਕਿਸੇ ਤਰ੍ਹਾਂ ਦਾ ਭੈ ਜਿਹੜਾ ਹੈ ਉਹ ਰਹਿ ਨਹੀਂ ਜਾਂਦਾ। ਕੋਈ ਵਿਕਾਰਾਂ ਦਾ ਡਰ, ਜੰਮ ਦਾ ਡਰ, ਜੰਮਣ ਮਰਨ ਦਾ, ਆਵਾਗਮਨ ਦਾ, ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰਹਿ ਜਾਂਦਾ। ਜਿਵੇਂ ਕਬੀਰ ਜੀ ਨੇ ਹੀ ਜ਼ਿਕਰ ਕੀਤਾ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਸਾਰਾ ਸੰਸਾਰ ਜਗਤ ਜਿਸ ਤੋਂ ਡਰਦਾ ਹੈ, ਜਿਹਦਾ ਡਰ ਆਪਣੇ ਅੰਦਰ ਪਾਲ ਕੇ ਬੈਠਾ ਹੈ, ਉਹੀ ਡਰ ਮੇਰੇ ਵਾਸਤੇ ਆਨੰਦ ਬਣ ਗਿਆ। ਉਹ ਆਨੰਦ ਕਿਉਂ ਬਣਿਆ? ਕਿਉਂਕਿ ਉਹ ਅਨੁਭਵ ਹੋ ਗਿਆ ਆਪਣੇ ਜੀਵਨ ਦਾ, ਔਰ ਉਸ ਕਾਦਰ ਦੀ ਸਮਝ ਆ ਗਈ, ਕਰਤੇ ਦੀ ਸਮਝ ਆ ਗਈ। ਉਹਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਜਿਹਦੇ ਤੋਂ ਦੁਨੀਆ ਜਗਤ ਜਿਹੜਾ ਜਿਹਦੇ ਤੋਂ ਡਰਦਾ ਹੈ, ਕਬੀਰ ਜੀ ਕਹਿੰਦੇ ਮੈਨੂੰ ਉਸੇ ਡਰ ਵਿੱਚ ਆਨੰਦ ਆ ਰਿਹਾ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਔਰ ਦੂਸਰੀ, ਜਿਹਨੂੰ ਇਹ ਸਮਝ ਆ ਗਈ ਕਿ ਜਿਹਦੇ ਸਿਰ ਉੱਤੇ ਉਸ ਪਰਮੇਸ਼ਵਰ ਦਾ ਮਿਹਰ ਦਾ ਹੱਥ ਹੋਵੇ, ਜਾਂ ਜਿਹਦੇ ਵੱਲ ਉਹ ਕਰਤਾ ਹੋਵੇ, ਉਹਦੇ ਅੰਦਰ ਵੀ ਜੰਮ ਦਾ ਭਉ, ਜੰਮ ਦਾ ਡਰ ਨਹੀਂ ਰਹਿ ਜਾਂਦਾ। ਉਹਦੇ ਅੰਦਰ ਵੀ ਕਿਸੇ ਪ੍ਰਕਾਰ ਦੇ ਦੁੱਖ ਦਾ ਡਰ ਰਹਿ ਹੀ ਨਹੀਂ ਜਾਂਦਾ। ਤਕਰੀਬਨ ਆਪਾਂ ਬਚਨ ਪੜ੍ਹਦੇ ਹਾਂ, ਤੁਹਾਨੂੰ ਚੇਤੇ ਵੀ ਨੇ, ਜਿਸ ਕੈ ਸਿਰ ਉਪਰ ਤੂੰ ਸੁਆਮੀ। ਹੁਣ ਇਹ ਅਨੁਭਵ ਹੈ, ਜਿਹਨੂੰ ਇਹ ਗੱਲ ਸਮਝ ਆ ਜਾਏ, ਕਿਉਂਕਿ ਸਾਰੀ ਦੁਨੀਆ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਉਹ ਕਹਿੰਦਾ ਫਲਾਣੇ ਦਾ ਜਿਹੜਾ ਉਹ ਹੱਥ ਮੇਰੇ ਸਿਰ ਤੇ ਹੈ, ਕੋਈ ਕਹਿੰਦਾ ਫਲਾਣੇ ਦਾ ਹੱਥ ਮੇਰੇ ਸਿਰ ਤੇ ਹੈ, ਕੋਈ ਕਹਿੰਦਾ ਵੀ ਕਿਸੇ ਦਾ ਹੱਥ ਮੇਰੇ ਸਿਰ ਤੇ ਹੈ। ਅਸੀਂ ਵੱਖ-ਵੱਖ ਜਿਹੜਾ ਉਹ ਆਪਣੇ ਜੀਵਨ ਦੇ ਵਿੱਚ ਸਮਝੀ ਬੈਠੇ ਹਾਂ ਕਿ ਫਲਾਣੇ ਦਾ ਹੱਥ ਮੇਰੇ ਸਿਰ ਤੇ, ਕੋਈ ਕਹਿੰਦਾ ਫਲਾਣੇ ਦਾ ਮੇਰੇ ਸਿਰ ਤੇ ਹੱਥ ਹੈ। ਪਰ ਜਿਹਨੂੰ ਇਹ ਅਨੁਭਵ ਹੋ ਗਿਆ, ਇਹ ਸੋਝੀ ਹੋ ਗਈ ਕਿ ਜਿਹੜਾ ਸਾਰੀ ਦੁਨੀਆ ਦਾ ਸੁਆਮੀ, ਸਾਰੀ ਦੁਨੀਆ ਦਾ ਮਾਲਕ ਹੈ, ਅਸਲ ਦੇ ਵਿੱਚ ਸਭਨਾਂ ਦੇ ਸੀਸ ਉੱਤੇ ਉਹਦਾ ਹੱਥ ਹੈ। ਪਰ ਜਿਹਨੂੰ ਇਹ ਸਮਝ ਨਹੀਂ ਆਈ, ਉਹਦੇ ਅੰਦਰ ਤੇ ਜੰਮ ਦਾ ਡਰ ਬਣਿਆ ਹੋਇਆ, ਉਹਦੇ ਅੰਦਰ ਤੇ ਮੌਤ ਦਾ ਡਰ ਬਣਿਆ ਹੋਇਆ, ਉਹਦੇ ਅੰਦਰ ਦੁੱਖ ਦਾ ਡਰ ਹਰ ਵੇਲੇ ਬਣਿਆ ਹੋਇਆ। ਪਰ ਜਿਹਨੂੰ ਸਮਝ ਆ ਗਈ, ਗੁਰੂ ਸਾਹਿਬ ਕਹਿੰਦੇ ਜਿਸ ਕੈ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ,
ਚੀਤ ਨ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ, ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ। ਭਉ ਦਾ ਅਰਥ ਹੈ ਡਰ। ਜਮ ਨਹੀਂ ਆਵੈ ਨੇੜੇ, ਤੇ ਉਹਦੇ ਨੇੜੇ ਫਿਰ ਜਮ ਆਉਂਦਾ ਵੀ ਨਹੀਂ ਹੈ। ਜਿਹਦੇ ਅੰਦਰ ਜਮ ਦਾ ਭੈ ਰਿਹਾ ਹੀ ਨਹੀਂ, ਫਿਰ ਜਮ ਵੀ ਉਹਦੇ ਨੇੜੇ ਨਹੀਂ ਆਉਂਦਾ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਜਹ ਅਨ ਭਉ, ਜਿੱਥੇ ਅਨੁਭਵ ਹੋ ਜਾਏ, ਸੋਝੀ ਹੋ ਜਾਏ। ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਨਿਤ ਕਰਦੇ ਹਾਂ, ਤੇ ਨਿਤ ਹੀ ਸਾਡਾ ਜਿਹੜਾ ਇਹ ਸਵਾਲ ਹੁੰਦਾ ਹੈ ਕਿ ਸਾਨੂੰ ਇਹ ਅਨੁਭਵ ਹੋ ਜਾਏ ਕਿ ਸਾਰੇ ਸੰਸਾਰ ਦਾ ਮਾਲਕ ਇੱਕ ਹੈ, ਸਾਰੇ ਹੀ ਜੀਆਂ ਦਾ ਮਾਲਕ ਇੱਕ ਹੈ, ਜਿਹਨੂੰ ਮੈਂ ਕਦੇ ਵੀ ਆਪਣੇ ਮਨ ਤੋਂ ਵਿਸਾਰਾਂ ਨਾ। ਕਿਉਂਕਿ ਹਜੇ ਸਮਝ ਨਹੀਂ ਆ ਰਹੀ, ਮਨ ਪਤਾ ਨਹੀਂ ਕਿੰਨਿਆਂ ਨੂੰ ਚੇਤੇ ਕਰਦਾ ਹੈ। ਮਨ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਸਾਰੀ ਦੁਨੀਆ ਦਾ ਮਾਲਕ ਜਿਹੜਾ ਹੈ ਉਹ ਕੋਈ ਹੋਰ ਵੀ ਹੋ ਸਕਦਾ ਹੈ, ਪਰ ਨਹੀਂ। ਜਦੋਂ ਗੁਰੂ ਸਾਹਿਬ ਇਹ ਸਮਝਾ ਕੇ ਅਨੁਭਵ ਕਰਵਾ ਦੇਣਗੇ ਕਿ ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ, ਤਾਂ ਫਿਰ ਅੰਦਰ ਕਿਸੇ ਹੋਰ ਦੀ ਭਾਵਨਾ ਅੰਦਰ ਬਣੇਗੀ ਨਹੀਂ। ਕਿਉਂ? ਸਮਝ ਆ ਜਾਏਗੀ ਕਿ ਸਾਰਿਆਂ ਦਾ ਸੁਆਮੀ ਇੱਕ ਹੈ। ਪਰ ਉਹ ਗੁਰੂ, ਅਸੀਂ ਗੁਰਬਾਣੀ ਇਸੇ ਲਈ ਪੜ੍ਹਨੀ ਹੈ ਕਿ ਸਾਨੂੰ ਅਨੁਭਵ ਹੋ ਜਾਏ। ਅਸੀਂ ਗੁਰਬਾਣੀ ਨੂੰ ਇਸੇ ਲਈ ਪੜ੍ਹ ਕੇ ਸਮਝਣਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਅਨੁਭਵ ਹੋ ਜਾਏ, ਸਾਨੂੰ ਆਪਣੇ ਜੀਵਨ ਦਾ ਗਿਆਨ, ਆਪਣੇ ਜੀਵਨ ਦੀ ਸੋਝੀ ਆ ਜਾਏ। ਜਦੋਂ ਸਾਨੂੰ ਆਪਣੇ ਜੀਵਨ ਦੀ ਸੋਝੀ ਆਏਗੀ ਤਾਂ ਇਸ ਕੁਦਰਤ ਵਿੱਚ ਰਹਿੰਦਿਆਂ ਕਰਤੇ ਦੀ ਵੀ ਸਮਝ ਆ ਜਾਏਗੀ, ਪਰ ਆਏਗੀ ਗੁਰੂ ਦੇ ਦੁਆਰਾ। ਤੇ ਸਾਡੀ ਰੋਜ਼ ਅਰਦਾਸ ਹੁੰਦੀ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਇਹ ਵੀ ਅਨੁਭਵ ਹੈ। ਇਹਨੂੰ ਵੀ ਅਸੀਂ ਮਹਿਸੂਸ ਕਰਨਾ ਹੈ ਕਿ ਸਾਰੀ ਦੁਨੀਆ ਦਾ, ਸਾਰੇ ਜੀਆਂ ਦਾ ਮਾਲਕ ਇੱਕ ਹੈ। ਹੁਣ ਦੁਨੀਆ ਦੇ ਵਿੱਚ ਰਹਿੰਦਿਆਂ ਜਦੋਂ ਸਾਨੂੰ ਆਪਣੀ ਆਪੇ ਦੀ ਸੋਝੀ ਨਹੀਂ ਹੋਈ, ਫਿਰ ਜਿਵੇਂ ਜਿਸ ਨੇ ਗਿਆਨ ਦਿੱਤਾ ਅਸੀਂ ਉਹਦੇ ਮਗਰ ਲੱਗ ਗਏ। ਤੇ ਜਿੱਦਾਂ ਦਾ ਗਿਆਨ ਸਾਨੂੰ ਸੋਝੀ ਮਿਲੀ, ਸਾਨੂੰ ਉਦਾਂ ਦਾ ਹੀ ਅਨੁਭਵ ਹੋ ਗਿਆ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਜਹ ਅਨ ਭਉ ਤਹ ਭੈ ਨਹੀਂ। ਤੇ ਜੇ ਅੱਗੇ ਅਸੀਂ ਭੈ ਦੀ ਗੱਲ, ਡਰ ਕਰਾਂਗੇ, ਤੇ ਅਨਭਉ ਦਾ ਅਰਥ ਕਰਾਂਗੇ ਡਰ ਤੋਂ ਰਹਿਤ। ਜਿੱਥੇ ਇਸ ਜੀਵ ਨੂੰ ਇਹ ਸਮਝ ਆ ਗਈ ਕਿ ਡਰਨਾ ਜਿਹੜਾ ਹੈ ਉਹ ਕਾਹਦਾ ਹੈ। ਜੇ ਡਰ ਅੰਦਰ ਰੱਖਣਾ ਤੇ ਉਸ ਕਰਤਾਰ ਦਾ, ਉਸ ਕਰਤੇ ਦਾ ਡਰ ਅੰਦਰ ਰੱਖੋ। ਕਿਉਂਕਿ ਦੁਨੀਆ ਦੀ ਮਾਰ ਤੋਂ ਬਚਿਆ ਜਾ ਸਕਦਾ, ਪਰ ਰੱਬ ਦੀ ਮਾਰ ਤੋਂ ਬਚਿਆ ਨਹੀਂ ਜਾ ਸਕਦਾ। ਅਸੀਂ ਦੁਨੀਆ ਤੋਂ ਤੇ ਬਚਾ ਆਪਣਾ ਕਰ ਲਾਂਗੇ ਜਿਵੇਂ ਕਿਵੇਂ ਕਰਕੇ, ਪਰ ਜਿੱਦਨ ਉਸ ਰੱਬ ਦਾ ਡੰਡਾ ਵੱਜਣਾ, ਜਿੱਦਨ ਉਸ ਮਾਲਕ ਦੇ ਹੁਕਮ ਦਾ ਡੰਡਾ ਵੱਜਣਾ, ਫਿਰ ਉਹਦੀ ਮਾਰ ਤੋਂ, ਉਹਦੀ ਚੋਟ ਤੋਂ ਬਚਣਾ ਬੜਾ ਔਖਾ ਹੈ। ਤਾਂ ਹੀ ਤੇ ਜਦੋਂ ਕੋਈ ਮਾੜਾ ਕਰਮ ਕਰਦਾ ਨਾ, ਤੇ ਉਹਨੂੰ ਸਮਝਾਇਆ ਜਾਂਦਾ ਵੀ ਚੱਲ ਕਮ ਸੇ ਕਮ ਰੱਬ ਤੋਂ ਤਾਂ ਡਰ, ਕਿਉਂਕਿ ਤੂੰ ਦੁਨੀਆ ਤੋਂ ਮਾੜਾ ਕਰਮ ਕਰਕੇ ਬਚ ਜਾਏਗਾ, ਪਰ ਉਸ ਰੱਬ ਤੋਂ ਕਿਵੇਂ ਬਚੇਗਾ। ਤੇ ਅੱਜ ਆਪਾਂ ਇਹਨੂੰ ਮਹਿਸੂਸ ਕਰ ਸਕਦੇ ਹਾਂ ਜਦੋਂ ਉਸ ਰੱਬ ਦੀ ਮਾਰ ਸਾਡੇ ਤੇ ਪੈ ਰਹੀ ਹੈ। ਕਿਉਂ ਪੈ ਰਹੀ ਹੈ? ਕਿਉਂਕਿ ਸਾਡਾ ਕਰਮ ਹੀ ਐਸਾ ਸੀ ਕਿ ਅਸੀਂ ਦੁਨੀਆ ਦਾ ਭੈ ਤੇ ਅੰਦਰ ਰੱਖਿਆ, ਪਰ ਉਸ ਦੁਨੀਆ ਨੂੰ ਬਣਾਉਣ, ਚਲਾਉਣ ਵਾਲੇ ਦਾ ਭੈ ਅਸੀਂ ਆਪਣੇ ਅੰਦਰ ਨਹੀਂ ਰੱਖਿਆ। ਸਾਨੂੰ ਉਹਨਾਂ ਰੱਬ ਦਾ ਡਰ, ਖੌਫ ਨਹੀਂ ਸੀ ਜਿੰਨਾ ਸਾਨੂੰ ਦੁਨੀਆ ਦਾ ਡਰ ਅੰਦਰ ਬਣ ਗਿਆ। ਤੇ ਜਦੋਂ ਸਾਡੇ ਅੰਦਰੋਂ ਉਸ ਮਾਲਕ ਦਾ ਡਰ ਨਿਕਲ ਜਾਏਗਾ, ਉਦੋਂ ਹੀ ਇਨਸਾਨ ਗਲਤੀਆਂ ਕਰਦਾ ਹੈ, ਉਦੋਂ ਹੀ ਇਹ ਮਾੜੇ ਕਰਮ ਕਰਦਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਤੇਰੇ ਅੰਦਰ ਕਿਸੇ ਪ੍ਰਕਾਰ ਦਾ ਭਰਮ ਪੈਦਾ ਹੋ ਗਿਆ, ਉਸ ਭਰਮ ਨੇ ਤੇਰੇ ਅੰਦਰ ਡਰ ਪੈਦਾ ਕਰ ਦੇਣਾ ਹੈ।
ਹੁਣ ਜਦੋਂ ਭਰਮ ਜਾਏਗਾ ਤੇ ਡਰ ਵੀ ਆਪਣੇ ਆਪ ਅੰਦਰ ਨਿਕਲ ਜਾਏਗਾ। ਕਈ ਤਰ੍ਹਾਂ ਦਾ ਭਰਮ ਅਸੀਂ ਅੰਦਰ ਪਾਲ ਕੇ ਬੈਠੇ ਹਾਂ। ਜਿੰਨੇ ਤਰ੍ਹਾਂ ਦੇ ਭਰਮ ਅਸੀਂ ਅੰਦਰ ਭੁਲੇਖੇ, ਭਰਮ ਦਾ ਅਰਥ ਹੈ ਭੁਲੇਖਾ। ਭਰਮ ਦਾ ਅਰਥ ਹੈ ਜੈਸਾ ਮਾਨੀਏ ਹੋਏ ਨਾ ਤੈਸਾ। ਜਿੱਦਾਂ ਦਾ ਅਸੀਂ ਮੰਨ ਰਹੇ ਹਾਂ ਵੈਸਾ ਨਹੀਂ ਹੈ, ਤੇ ਜੈਸਾ ਹੈ ਵੈਸਾ ਅਸੀਂ ਮੰਨਣ ਨੂੰ ਤਿਆਰ ਨਹੀਂ। ਭਰਮ ਦਾ ਅਰਥ ਕੀ ਹੈ? ਭਰਮ ਦਾ ਅਰਥ ਹੈ ਕਿ ਹੁਣ ਭਰਮ ਪੈਦਾ ਕਿਵੇਂ ਹੁੰਦਾ ਹੈ? ਹਨੇਰੇ ਵਿੱਚ। ਹਨੇਰੇ ਵਿੱਚ ਤਾਂ ਰੱਸੀ ਵੀ ਪਈ ਹੋਵੇ ਉਹ ਵੀ ਸੱਪ ਨਜ਼ਰ ਆਉਂਦੀ ਹੈ। ਇਹੀ ਭਰਮ, ਇਹੀ ਭੁਲੇਖਾ। ਹੁਣ ਉਹ ਭਰਮ ਭੁਲੇਖਾ ਕਿਵੇਂ ਪੈ ਗਿਆ? ਕਿਉਂਕਿ ਉਸ ਹਨੇਰੇ ਨੇ ਰੱਸੀ ਨੂੰ ਵੀ ਸੱਪ ਬਣਾ ਦਿੱਤਾ। ਹਨੇਰੇ ਦਾ ਮਤਲਬ ਹੈ ਅਗਿਆਨਤਾ। ਜਿਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੋਏਗਾ ਉਹਦੇ ਅੰਦਰ ਭਰਮ ਵੀ ਹੋਏਗਾ ਔਰ ਕਈ ਭੁਲੇਖੇ ਵੀ ਉਹਦੇ ਅੰਦਰ ਹੋਣਗੇ। ਸਭ ਕਹਿੰਦੇ ਤੂੰ ਆਪਣਾ ਚਿੱਤ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜ, ਉਹਦੇ ਚਰਨਾਂ ਦੇ ਨਾਲ ਜੋੜ। ਜਦੋਂ ਤੂੰ ਆਪਣਾ ਚਿੱਤ ਨਿਰੰਕਾਰ ਨਾਲ ਜੋੜੇਗਾ ਤੇਰਾ ਭਰਮ ਭਾਉ ਤੇਰੇ ਜੀਵਨ ਵਿੱਚੋਂ ਦੀ ਨਿਕਲ ਜਾਏਗਾ। ਇੱਕ ਗੱਲ ਸਮਝ ਲੈਣਾ ਕਿ ਜਿੱਥੇ ਭਰਮ ਹੈ ਉੱਥੇ ਭਾਉ ਵੀ ਹੈ। ਹੁਣ ਭਾਉ ਦੇ ਵਿੱਚ ਇੱਕ ਕੰਨਾ ਲਾ ਦਈਏ ਤੇ ਭਾਉ, ਭਾਉ ਦਾ ਅਰਥ ਪ੍ਰੇਮ ਹੁੰਦਾ ਹੈ, ਭਾਵਨਾ। ਇੱਥੇ ਹੈ ਭਾਉ। ਕਹਿੰਦੇ ਜਿੱਥੇ ਭਰਮ ਹੈ ਉੱਥੇ ਭਾਉ ਵੀ ਹੈ। ਜਦੋਂ ਭਰਮ ਚਲਾ ਗਿਆ ਭਾਉ ਵੀ ਅੰਦਰ ਚਲਾ ਜਾਏਗਾ। ਜਦੋਂ ਅੰਦਰੋਂ ਭੁਲੇਖੇ ਹੀ ਨਿਕਲ ਗਏ ਤਾਂ ਜਿਹੜਾ ਅੰਦਰ ਡਰ ਬਣਿਆ ਸੀ ਉਹ ਵੀ ਨਿਕਲ ਜਾਏਗਾ। ਜਦੋਂ ਅਸੀਂ ਰੋਸ਼ਨੀ ਕਰਦੇ ਹਾਂ, ਪ੍ਰਕਾਸ਼ ਕਰਦੇ ਹਾਂ ਤੇ ਕੀ ਹੁੰਦਾ? ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਹਨੇਰਾ ਦੂਰ ਹੋ ਜਾਏ ਤੇ ਜਿਹੜੀਆਂ ਚੀਜ਼ਾਂ ਨਹੀਂ ਸੀ ਦਿਸਦੀਆਂ ਉਹ ਦਿਸਣ ਲੱਗ ਜਾਂਦੀਆਂ। ਭਾਵ ਆਪਣੇ ਘਰ ਦੀ ਉਹੀ ਗੱਲ ਕਰੀਏ ਕਿ ਕਮਰੇ ਅੰਦਰ ਬੜਾ ਹਨੇਰਾ, ਬਹੁਤ ਜ਼ਿਆਦਾ ਕਮਰੇ ਅੰਦਰ ਹਨੇਰਾ ਹੈ। ਸਾਜੋ ਸਮਾਨ ਪਿਆ ਹੋਇਆ ਘਰ ਦੇ ਵਿੱਚ ਪਰ ਸਾਨੂੰ ਦਿਖਾਈ ਨਹੀਂ ਦੇ ਰਿਹਾ। ਇਹ ਪਤਾ ਹੈ ਕਿ ਘਰ ਵਿੱਚ ਕਿਹੜਾ ਕਿਹੜਾ ਸਮਾਨ ਪਿਆ ਪਰ ਹਨੇਰੇ ਵਿੱਚ ਦਿਖਾਈ ਨਹੀਂ ਦਿੰਦਾ। ਜਦੋਂ ਹੀ ਅਸੀਂ ਰੋਸ਼ਨੀ ਕਰੀਏ, ਪ੍ਰਕਾਸ਼ ਕਰੀਏ, ਘਰ ਦਾ ਸਾਰਾ ਸਮਾਨ ਦਿਖਾਈ ਦੇਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਅਗਿਆਨਤਾ ਦਾ ਹਨੇਰਾ ਬਣਿਆ ਹੋਇਆ ਹੈ। ਉਸ ਅਗਿਆਨਤਾ ਦੇ ਹਨੇਰੇ ਵਿੱਚ ਸਾਨੂੰ ਦਿਖਾਈ ਕੋਈ ਨਹੀਂ ਦੇ ਰਿਹਾ, ਸਾਨੂੰ ਦਿਸ ਹੀ ਨਹੀਂ ਰਿਹਾ। ਜਦੋਂ ਅਸੀਂ ਉਹਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਕਰਾਂਗੇ, ਗੁਰਬਾਣੀ ਦਾ ਪ੍ਰਕਾਸ਼ ਕਰਾਂਗੇ, ਪਰਮੇਸ਼ਵਰ ਦੇ ਨਾਮ ਦਾ ਚਾਨਣ ਕਰਾਂਗੇ ਤਾਂ ਅੰਦਰੋਂ ਅਗਿਆਨਤਾ ਦਾ ਹਨੇਰਾ ਨਿਕਲ ਜਾਏਗਾ। ਭਰਮ ਜਿਹੜਾ ਬਣਿਆ ਸੀ ਉਹ ਦੂਰ ਹੋ ਗਿਆ। ਉਹਦੇ ਨਾਲ ਭਾਉ ਵੀ ਅੰਦਰੋਂ, ਡਰ ਵੀ ਅੰਦਰੋਂ ਨਿਕਲ ਗਿਆ। ਕਿਉਂ? ਕਿਉਂਕਿ ਹੁਣ ਅੰਦਰ ਚਾਨਣ ਹੋ ਗਿਆ। ਗੁਰਬਾਣੀ ਨੇ ਸਾਡੇ ਅੰਦਰ ਦਾ ਭਰਮ ਦੂਰ ਕਰਕੇ ਚਾਨਣ ਕਰਨਾ ਹੈ। ਬਾਹਰ ਤੇ ਚਾਨਣ ਬਹੁਤ ਹੈ, ਬਾਹਰ ਤੇ ਸਾਨੂੰ ਚਾਨਣ ਦੀ ਲੋੜ ਹੀ ਨਹੀਂ, ਬਾਹਰ ਤੇ ਸਾਨੂੰ ਪ੍ਰਕਾਸ਼ ਦੀ ਲੋੜ ਹੀ ਨਹੀਂ। ਬਾਹਰ ਤਾਂ ਸੂਰਜ ਦੀ ਰੋਸ਼ਨੀ ਹੈ, ਰਾਤ ਚੰਦਰਮਾ ਦੀ ਚਾਨਣੀ ਸਾਡੇ ਕੋਲ ਹੈ। ਚਲੋ ਜੇ ਰਾਤ ਹਨੇਰੇ ਵਿੱਚ ਚੰਦਰਮਾ ਦੀ ਚਾਨਣੀ ਵੀ ਨਾ ਹੋਵੇ, ਕਾਲੇ ਬੱਦਲ ਛਾਏ ਹੋਣ, ਪਰ ਸਾਡੇ ਕੋਲ ਲਾਈਟ ਦਾ ਪ੍ਰਬੰਧ ਹੈ। ਸਾਡੇ ਕੋਲ ਰੋਸ਼ਨੀ ਕਰਨ ਵਾਸਤੇ ਬੜੇ ਜੁਗਤੀਆਂ ਤੇ ਬੜੇ ਤਰੀਕੇ ਨੇ। ਅਸੀਂ ਕਿਸੇ ਵੀ ਤਰੀਕੇ ਦੇ ਨਾਲ ਪ੍ਰਕਾਸ਼ ਕਰ ਸਕਦੇ ਹਾਂ ਬਾਹਰੋਂ, ਪਰ ਸਾਡੇ ਮਨ ਤੇ ਜਿਹੜਾ ਭਰਮ ਦਾ ਹਨੇਰਾ ਬਣਿਆ, ਅਗਿਆਨਤਾ ਦਾ, ਉਹ ਅਸੀਂ ਕਿਸੇ ਤਰੀਕੇ ਜੁਗਤੀ ਨਾਲ ਦੂਰ ਨਹੀਂ ਕਰ ਸਕਦੇ। ਉਹਦੇ ਲਈ ਗੁਰਬਾਣੀ ਦੀ ਰੋਸ਼ਨੀ ਹੀ ਕੰਮ ਕਰੇਗੀ। ਇਸੇ ਲਈ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ। ਇਸ ਜਗਤ ਵਿੱਚ ਜੇ ਪ੍ਰਕਾਸ਼ ਚਾਨਣ ਤੈਨੂੰ ਮਿਲਣਾ ਤੇ ਉਹ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਮਿਲਣਾ। ਪਰ ਅਫਸੋਸ ਸਾਡਾ ਇਹ ਵੀ ਇੱਕ ਭਰਮ ਸਾਡੇ ਅੰਦਰ ਪਾਲ ਦਿੱਤਾ ਗਿਆ। ਸਾਨੂੰ ਆਖਿਆ ਵੀ ਜੇ ਤੁਸੀਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਬਾਹਰੋਂ ਵੀ ਹਨੇਰਾ ਕਰ ਦਿਓ। ਸਾਡੇ ਅੰਦਰ ਤਾਂ ਪਹਿਲਾਂ ਹੀ ਹਨੇਰਾ ਬਹੁਤ ਸੀ। ਅਸੀਂ ਤਾਂ ਪਹਿਲਾਂ ਹੀ ਅੰਦਰ ਹਨੇਰੇ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਜੀ ਰਹੇ ਸੀ ਤੇ ਜਿਹੜਾ ਬਾਹਰ ਚਾਨਣ ਸੀ ਉਹ ਵੀ ਹਨੇਰੇ ਵਿੱਚ ਬਦਲ ਦਿੱਤਾ। ਹੋਇਆ ਕਿ ਬਾਹਰੋਂ ਵੀ ਹਨੇਰਾ ਤੇ ਅੰਦਰੋਂ ਵੀ ਹਨੇਰਾ। ਕਈਆਂ ਨੇ ਜੁਗਤੀ ਬਣਾ ਲਈ, ਕਹਿਣ ਲੱਗੇ ਜੇ ਉਹਦੇ ਨਾਲ ਜੁੜਨਾ ਹੈ ਤੇ ਲਾਈਟਾਂ ਸਾਰੀਆਂ ਹੀ ਬੰਦ ਕਰ ਦਿਓ।
ਹਨੇਰਾ ਕਰ ਦਿਓ ਜੇ ਜੁੜਨਾ ਹੈ, ਪਰ ਮਾਫ ਕਰਨਾ, ਅੰਦਰ ਦਾ ਹਨੇਰਾ ਦੂਰ ਕਰਨਾ ਸੀ ਅਸੀਂ ਤੇ ਬਾਹਰ ਦੀਆਂ ਲਾਈਟਾਂ ਵੀ ਬੰਦ ਕਰਾਤੀਆਂ। ਬਾਹਰ ਦਾ ਜਿਹੜਾ ਥੋੜਾ ਬਹੁਤ ਚਾਨਣ ਸੀ ਉਹ ਵੀ ਹਨੇਰੇ ਵਿੱਚ ਅਸੀਂ ਬਦਲ ਦਿੱਤਾ, ਤੇ ਅੰਦਰ ਦਾ ਚਾਨਣ ਤੇ ਅਸੀਂ ਕਿੱਥੋਂ ਲੈਣਾ ਸੀ। ਗੁਰਬਾਣੀ ਨੇ ਸਾਨੂੰ ਇਹ ਰੋਸ਼ਨੀ ਦਿੱਤੀ, ਇਹ ਗਿਆਨ ਦਿੱਤਾ ਕਿ ਤੂੰ ਆਪਣੇ ਮਨ ਦਾ ਹਨੇਰਾ ਦੂਰ ਕਰ, ਤੂੰ ਬਾਹਰ ਦਾ ਨਹੀਂ। ਗੁਰਬਾਣੀ ਨੇ ਤੇਰੇ ਅੰਦਰ ਚਾਨਣ, ਅੰਦਰ ਪ੍ਰਕਾਸ਼ ਕਰਨਾ ਹੈ। ਇਸ ਲਈ ਸਤਿਗੁਰੂ ਜੀ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਭਰਮ ਗਿਆ ਭਉ ਭਾਗਿਆ, ਹਰ ਚਰਨੀ ਚਿਤ ਲਾਏ। ਜਦੋਂ ਤੁਸੀਂ ਮਾਲਕ ਦੇ ਚਰਨਾਂ ਵਿੱਚ, ਭਾਵ ਉਹਦੇ ਨਾਮ ਨਾਲ ਆਪਣਾ ਚਿੱਤ ਲਾ ਲਓਗੇ, ਜਦੋਂ ਤੁਸੀਂ ਆਪਣੀ ਸੁਰਤ ਪਰਮੇਸ਼ਵਰ ਦੇ ਨਾਮ ਨਾਲ ਜੋੜੋਗੇ, ਕੀ ਹੋਏਗਾ? ਭਰਮ ਗਿਆ ਭਉ ਭਾਗਿਆ। ਤੁਹਾਡੇ ਅੰਦਰੋਂ ਭਰਮ ਚਲਾ ਜਾਏਗਾ, ਭੁਲੇਖਾ, ਸਾਰੇ ਭੁਲੇਖੇ ਅੰਦਰੋਂ ਨਿਕਲ ਜਾਣਗੇ। ਕਹਿੰਦੇ ਜਦੋਂ ਭਰਮ ਗਿਆ ਤੇ ਭਉ ਨੂੰ ਵੀ ਭੱਜਣਾ ਪੈਣਾ। ਜਿਹੜਾ ਸਾਡੇ ਅੰਦਰ ਡਰ ਬਣਿਆ ਸੀ, ਉਹ ਡਰ ਵੀ ਸਾਡੇ ਅੰਦਰੋਂ ਨਿਕਲ ਗਿਆ। ਪਰ ਕਿਵੇਂ ਨਿਕਲਿਆ? ਜਦੋਂ ਭਰਮ ਗਿਆ ਅੰਦਰੋਂ, ਭੁਲੇਖਾ ਨਿਕਲ ਗਿਆ। ਇਹਦਾ ਮਤਲਬ ਭੁਲੇਖੇ ਨੇ ਸਾਡੇ ਅੰਦਰ ਡਰ ਪਾਇਆ ਹੋਇਆ ਸੀ। ਭਰਮ ਗਿਆ ਭਉ ਭਾਗਿਆ, ਹਰ ਚਰਨੀ ਚਿਤ ਲਾਏ। ਜਦੋਂ ਚਿੱਤ ਮਾਲਕ ਦੇ ਨਾਮ ਦੇ ਨਾਲ ਜੋੜ ਲਿਆ। ਸਾਹਿਬ ਜੀ ਕਹਿੰਦੇ ਡਰ ਉੱਥੇ ਪੈਦਾ ਹੁੰਦਾ ਹੈ ਜੇ ਉਸ ਵਿਕਾਰਾਂ ਦਾ ਡਰ ਹੋਵੇ, ਸੰਸਾਰ ਦਾ ਡਰ ਸਾਡੇ ਅੰਦਰ। ਤੇ ਪਹਿਲੀ ਗੱਲ, ਡਰ ਹੀ ਬੜੇ ਤਰ੍ਹਾਂ ਦੇ ਪਾਲ ਦਿੱਤੇ, ਜਿਹਦੇ ਵਿੱਚੋਂ ਨਿਕਲਣਾ ਸਾਡੇ ਲਈ ਔਖਾ ਹੋ ਗਿਆ। ਕਿੰਨੇ ਪ੍ਰਕਾਰ ਦੇ ਡਰ ਜਿਹੜੇ ਨੇ ਸਾਡੇ ਅੰਦਰ ਪਾਲ ਕੇ ਸਾਨੂੰ ਭਰਮ ਦੇ ਵਿੱਚ ਰੱਖਿਆ ਹੋਇਆ। ਮੜੀਆਂ ਦਾ ਡਰ ਸਾਡੇ ਅੰਦਰ ਪਾ ਦਿੱਤਾ, ਮਸਾਣਾਂ ਦਾ ਡਰ ਸਾਡੇ ਅੰਦਰ ਪਾ ਦਿੱਤਾ, ਰੁੱਖਾਂ ਦਾ, ਦਰਖਤਾਂ ਦਾ ਡਰ ਸਾਡੇ ਅੰਦਰ ਪਾ ਦਿੱਤਾ, ਦੇਹਧਾਰੀਆਂ ਦਾ ਡਰ ਸਾਡੇ ਅੰਦਰ ਪਾ ਦਿੱਤਾ, ਧਾਗੇ ਤਵੀਤਾਂ ਦਾ ਡਰ ਸਾਡੇ ਅੰਦਰ ਪਾ ਦਿੱਤਾ। ਕਿੰਨੇ ਤਰ੍ਹਾਂ ਦੇ ਡਰ, ਇੱਥੋਂ ਕੋਈ ਚੀਜ਼ ਛੱਡੀ ਹੋਈ ਨਹੀਂ। ਅਸੀਂ ਦਰਖਤਾਂ ਤੋਂ ਵੀ ਡਰਦੇ ਹਾਂ, ਅਸੀਂ ਮੜੀਆਂ ਤੋਂ ਵੀ ਡਰਦੇ ਹਾਂ, ਮਸਾਣਾਂ ਤੋਂ ਵੀ ਡਰਦੇ ਹਾਂ, ਦੇਹਧਾਰੀਆਂ ਤੋਂ ਵੀ ਡਰਦੇ ਹਾਂ। ਇੱਥੋਂ ਤੱਕ ਕਿ ਜਿਹੜੇ ਆ ਜਾਨਵਰ, ਪਸ਼ੂ ਨੇ, ਇਹਨਾਂ ਦਾ ਡਰ ਵੀ ਸਾਡੇ ਅੰਦਰ ਪਾਲ ਦਿੱਤਾ ਕਿ ਜੇ ਬਿੱਲੀ ਰਸਤਾ ਕੱਟ ਜਾਏਗੀ ਤਾਂ ਤੇਰਾ ਕੰਮ ਨਹੀਂ ਬਣਨਾ। ਜੇ ਤੇਰੇ ਜਾਂਦਿਆਂ ਪਿੱਛੋਂ ਕੋਈ ਨਿੱਛ ਮਾਰ ਦੇਗਾ ਤੇ ਤੇਰਾ ਕੰਮ ਨਹੀਂ ਬਣਨਾ। ਕੋਈ ਇੱਕ ਪ੍ਰਕਾਰ ਦਾ ਡਰ ਥੋੜੀ ਹੈ, ਕਈ ਪ੍ਰਕਾਰ ਦੇ ਡਰ ਸਾਡੇ ਅੰਦਰ। ਪਰ ਉਹ ਬਣੇ ਕਿਵੇਂ ਨੇ? ਭਰਮ ਕਰਕੇ। ਇੱਕ ਭਰਮ ਪਾ ਦਿੱਤਾ ਕਿ ਜੇ ਬਿੱਲੀ ਰਸਤਾ ਕੱਟ ਗਈ ਤੇਰਾ ਕੰਮ ਨਹੀਂ ਬਣੇਗਾ। ਉਸ ਭਰਮ ਨੇ ਅੰਦਰੋਂ ਡਰਾ ਕੇ ਰੱਖ ਦਿੱਤਾ। ਜੇ ਤੂੰ ਇਸ ਥਾਂ ਤੋਂ ਸਿਰ ਨਵਾ ਕੇ ਨਹੀਂ ਲੰਘੇਗਾ, ਅੱਗੇ ਕੋਈ ਨਾ ਕੋਈ ਘਟਨਾ ਵਾਪਰ ਜਾਏਗੀ। ਉਹ ਭਰਮ ਨੇ ਸਾਡੇ ਅੰਦਰ ਡਰ ਪਾ ਦਿੱਤਾ। ਕਈ ਐਸੇ ਰੋਡ ਤੇ ਚੱਲਦਿਆਂ, ਹਾਈਵੇ ਤੇ ਚੱਲਦਿਆਂ ਥਾਵਾਂ ਬਣਾ ਦਿੱਤੀਆਂ ਜਿੱਥੇ ਕਹਿੰਦੇ ਨੇ ਜੇ ਸਿਰ ਨਾ ਨਵਾਓਗੇ ਤੇ ਅੱਗੇ ਘਟਨਾ ਵਾਪਰ ਜਾਏਗੀ। ਉਹ ਬੰਦਾ ਡਰਦਾ ਫਿਰ ਉੱਥੇ ਸਿਰ ਨਵਾ ਕੇ ਜਾਂਦਾ ਹੈ। ਪਰ ਸਾਨੂੰ ਤੇ ਆਖਿਆ ਵੀ ਤੂੰ ਸਿਰ ਨਵਾਉਣਾ ਤੇ ਇੱਕ ਅੱਗੇ ਨਵਾ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ। ਜੇ ਤੂੰ ਜੁੜਨਾ ਹੈ ਤੇ ਇੱਕ ਅੱਗੇ ਜੁੜ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ, ਸਾਰਾ ਬ੍ਰਹਿਮੰਡ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਸਾਰੀ ਦੁਨੀਆ ਨਿਵ ਜਾਂਦੀ ਹੈ, ਤੂੰ ਉਹਦੇ ਚਰਨਾਂ ਦੇ ਵਿੱਚ ਜੁੜ। ਪਰ ਸਾਡੇ ਅੰਦਰ ਭਰਮ ਪਾ ਦਿੱਤਾ ਵੀ ਜੇ ਤੂੰ ਇੱਥੇ ਸਿਰ ਨਾ ਨਵਾਇਆ ਤਾਂ ਤੈਨੂੰ ਖਤਰਾ ਤੇਰੇ ਜੀਵਨ ਦੇ ਵਿੱਚ। ਜੇ ਤੂੰ ਇਹਦੀ ਪੂਜਾ ਨਾ ਕੀਤੀ ਤਾਂ ਤੇਰੇ ਜੀਵਨ ਦੇ ਅੰਦਰ ਕੋਈ ਘਟਨਾ ਵਾਪਰ ਜਾਏਗੀ। ਜੇ ਤੂੰ ਫਲਾਣੀ ਥਾਂ ਤੇ ਜੇ ਨਾ ਮੱਥਾ ਟੇਕਿਆ ਤਾਂ ਤੇਰੇ ਅੰਦਰ। ਉਹ ਭਰਮ ਨੇ ਸਾਡੇ ਅੰਦਰ ਕਈ ਪ੍ਰਕਾਰ ਦੇ ਡਰ ਪਾ ਦਿੱਤੇ। ਸਭ ਕਹਿੰਦੇ ਗੁਰਬਾਣੀ ਦੀ ਰੋਸ਼ਨੀ ਵਿੱਚ ਚੱਲੇਗਾ, ਸਾਰੇ ਭਰਮ ਤੇ ਭਾਉ ਤੇਰੇ ਜੀਵਨ ਵਿੱਚੋਂ ਨਿਕਲ ਜਾਣਗੇ। ਕਿਸੇ ਪ੍ਰਕਾਰ ਦਾ ਭਰਮ ਅੰਦਰ ਨਹੀਂ ਰਹੇਗਾ। ਗੁਰਬਾਣੀ ਕੀ ਹੈ? ਸਾਨੂੰ ਭੁਲੇਖਿਆਂ ਚੋਂ ਕੱਢਦੀ ਹੈ। ਗੁਰਬਾਣੀ ਸਾਨੂੰ ਭਰਮ ਵਿੱਚੋਂ ਕੱਢਦੀ ਹੈ। ਤਾਂ ਹੀ ਤੇ ਸਾਹਿਬ ਕਹਿੰਦੇ ਭਰਮ ਗਿਆ ਭਉ ਭਾਗਿਆ। ਜਦੋਂ ਭਰਮ ਗਿਆ ਤੇ ਭਉ ਨੂੰ ਆਪੇ ਹੀ ਭੱਜਣਾ ਪੈਣਾ। ਕਿਉਂਕਿ ਡਰ ਨੂੰ ਪਤਾ ਹੈ ਕਿ ਮੇਰੀ ਥਾਂ ਹੈ ਹੀ ਭਰਮ ਵਾਲੀ ਥਾਂ ਤੇ। ਜਿੱਥੇ ਭਰਮ ਹੈ ਉੱਥੇ ਮੈਂ ਹਾਂ, ਤੇ ਜਿੱਥੇ ਭਰਮ ਨਹੀਂ ਉੱਥੇ ਡਰ ਵੀ ਨਹੀਂ।
ਇਸ ਲਈ ਸਤਿਗੁਰੂ ਜੀ ਕਹਿੰਦੇ ਡਰੀਏ ਜੇ ਡਰ ਹੋਵੇ ਹੋਰ। ਤੂੰ ਡਰ ਤਾਂ ਵੀ ਜੇ ਕੋਈ ਦੁਨੀਆ ਦਾ ਬਣਾਇਆ ਹੋਇਆ ਡਰ ਤੇਰੇ ਅੰਦਰ ਹੋਵੇ। ਜੇ ਤੂੰ ਉਸ ਮਾਲਕ ਦੇ ਭੈ ਵਿੱਚ ਚੱਲਦਾ ਫਿਰ ਤੈਨੂੰ ਸੰਸਾਰ ਤੋਂ ਦੁਨੀਆ ਤੋਂ ਡਰਨ ਦੀ ਲੋੜ ਨਹੀਂ। ਫਿਰ ਤੈਨੂੰ ਮੜੀਆਂ ਮਸਾਣਾਂ ਤੋਂ ਧਾਗੇ ਤਵੀਤਾਂ ਤੋਂ ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਤੇਰੇ ਅੰਦਰੋਂ ਤੇ ਮੌਤ ਦਾ ਡਰ ਵੀ ਨਿਕਲ ਜਾਏਗਾ ਜੇ ਤੂੰ ਉਸ ਮਾਲਕ ਦੇ ਡਰ ਵਿੱਚ ਜੀਏਗਾ। ਉਸ ਕਰਤਾਰ ਦੇ ਭੈ ਵਿੱਚ ਜੇ ਤੂੰ ਚੱਲਣ ਲੱਗ ਜਾਏ ਦੁਨੀਆ ਦੇ ਸਾਰੇ ਭੈ ਤੇਰੇ ਅੰਦਰੋਂ ਖਤਮ ਹੋ ਜਾਣਗੇ। ਇਹੀ ਕਬੀਰ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ। ਕਹਿੰਦੇ ਨੇ ਜਿਹੜਾ ਜਿਹਦੇ ਅੰਦਰੋਂ ਮੌਤ ਦਾ ਵੀ ਭੈ ਨਿਕਲ ਜਾਏਗਾ, ਜਮ ਦਾ ਭੈ ਨਿਕਲ ਜਾਏਗਾ, ਉਹਨੂੰ ਕੋਈ ਦੁਨੀਆ ਦੀ ਤਾਕਤ ਡਰਾ ਨਹੀਂ ਸਕਦੀ ਹੈ। ਉਹਨੂੰ ਕੋਈ ਭਰਮ ਤੇ ਭੁਲੇਖੇ ਦੇ ਵਿੱਚ ਪਾ ਕੇ ਉਹਨੂੰ ਕਰਮ ਕਾਂਡ ਵਾਲੇ ਪਾਸੇ ਨੂੰ ਨਹੀਂ। ਅਸੀਂ ਅੱਧੇ ਨਾਲੋਂ ਵੱਧ ਕਰਮ ਕਾਂਡ ਕਿਉਂ ਕਰਦੇ ਹਾਂ? ਕਿਉਂਕਿ ਸਾਡੇ ਅੰਦਰ ਭਰਮ ਪਾਇਆ ਗਿਆ ਔਰ ਉਹਦੇ ਤੋਂ ਅਸੀਂ ਡਰਦੇ ਹਾਂ, ਸਾਨੂੰ ਡਰ ਲੱਗਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਜਹ ਅਨ ਭਉ ਤਹ ਭੈ ਨਹੀਂ, ਜਹ ਭਉ ਤੈ ਹਰ ਨਾਹੇ। ਤੇ ਜਿੱਥੇ ਆ ਡਰ ਜਿਹੜੇ ਭਰਮ ਦੇ ਬਣੇ ਹੋਏ ਨੇ ਇਹ ਹੁੰਦੇ ਨੇ, ਉੱਥੇ ਹਰੀ ਨਹੀਂ ਹੁੰਦਾ, ਉੱਥੇ ਪਰਮੇਸ਼ਵਰ ਦਾ ਨਾਮ ਨਹੀਂ ਹੁੰਦਾ। ਜਿੱਥੇ ਪਰਮੇਸ਼ਵਰ ਦਾ ਨਾਮ ਹੁੰਦਾ ਨਾ ਉੱਥੇ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਹੁੰਦਾ, ਕਿਸੇ ਪ੍ਰਕਾਰ ਦਾ ਵੀ ਉੱਥੇ ਭੈ ਨਹੀਂ ਹੁੰਦਾ ਹੈ ਜਿੱਥੇ ਪਰਮੇਸ਼ਵਰ ਦਾ ਨਾਮ ਹੋਵੇ। ਸਮੇਂ-ਸਮੇਂ ਦੇ ਨਾਲ ਗੁਰੂ ਕੇ ਸਿੱਖਾਂ ਦੀ ਪਰਖ ਜਿਹੜੀ ਆ ਹੋਈ। ਸਮੇਂ-ਸਮੇਂ ਦੇ ਨਾਲ ਗੁਰੂ ਕੇ ਖਾਲਸੇ ਦੀ ਪਰਖ ਜਿਹੜੀ ਆ ਉਹ ਸੰਸਾਰ ਦੇ ਵਿੱਚ ਕੀਤੀ ਗਈ ਕਿ ਜਿਹੜੀ ਬਾਣੀ ਪੜ੍ਹ ਕੇ ਇਹ ਕਹਿੰਦੇ ਨੇ ਕਿ ਕਬੀਰ ਜਿਸ ਮਰਨੈ ਤੇ ਜਗ ਡਰੈ, ਕਿ ਇਹ ਜਿਹੜਾ ਸੰਸਾਰ ਜਗਤ ਡਰਦਾ ਹੈ ਮਰਨ ਤੋਂ, ਮੌਤ ਤੋਂ, ਵੀ ਦੇਖਿਆ ਜਾਏ ਵੀ ਇਹਨਾਂ ਨੂੰ ਡਰ ਲੱਗਦਾ ਹੈ ਕਿ ਨਹੀਂ ਲੱਗਦਾ। ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਕਈ ਪ੍ਰਕਾਰ ਦੇ ਜਿਹੜੇ ਆ ਤਸੀਹੇ ਦੇ ਕੇ ਇਹਨਾਂ ਨੂੰ ਪਰਖਿਆ ਗਿਆ ਕਿ ਦੇਖਿਆ ਜਾਏ ਕਿ ਇਹ ਮੌਤ ਤੋਂ ਡਰਦੇ ਆ ਕਿ ਨਹੀਂ ਡਰਦੇ। ਇੱਕ ਦਿਨ ਅਹਿਮਦ ਸ਼ਾਹ ਅਬਦਾਲੀ ਪੁੱਛਦਾ, ਕਹਿਣ ਲੱਗੇ ਵੀ ਜਿੰਨੇ ਅਸੀਂ ਗੁਰੂ ਕੇ ਸਿੱਖਾਂ ਨੂੰ ਮਾਰਦੇ ਆ, ਇਹਨਾਂ ਨੂੰ ਮੌਤ ਦਾ ਜਿਹੜਾ ਖਤਰਨਾਕ ਖੌਫ ਇਹਨਾਂ ਅੰਦਰ ਪੈਦਾ ਕਰਦੇ ਆ, ਇਹ ਡਰਦੇ ਨੇ ਕਿ ਨਹੀਂ ਡਰਦੇ? ਤੇ ਅੱਗੋਂ ਜਵਾਬ ਮਿਲਿਆ ਸੀ ਕਿ ਇਹ ਤਾਂ ਮੌਤ ਨੂੰ ਵੀ ਦੇਖ ਕੇ ਨਹੀਂ ਡਰਦੇ। ਅਸੀਂ ਇਹਨਾਂ ਨੂੰ ਮੌਤ ਦੇ ਨੇੜੇ ਲਿਜਾ ਕੇ ਡਰਾਉਂਦੇ ਆ, ਪਰ ਜਿੰਨਾ ਮੌਤ ਦੇ ਨੇੜੇ ਲੈ ਜਾਂਦੇ ਆ ਉਨਾ ਹੀ ਜ਼ਿਆਦਾ ਖਿੜ ਜਾਂਦੇ ਨੇ। ਜਿੰਨਾ ਇਹਨਾਂ ਦੇ ਚਿਹਰੇ ਉੱਤੇ ਘਬਰਾਹਟ ਨਜ਼ਰ ਆਉਣੀ ਚਾਹੀਦੀ ਹੈ, ਡਰ ਨਜ਼ਰ ਆਉਣਾ ਚਾਹੀਦਾ ਹੈ, ਇਹ ਤੇ ਮੌਤ ਦੇ ਨੇੜੇ ਜਾ ਕੇ ਵੀ ਖਿੜੇ ਨਜ਼ਰ ਆਉਂਦੇ ਨੇ। ਇਹਨਾਂ ਦੇ ਚਿਹਰਿਆਂ ਤੇ ਵੱਖਰਾ ਹੀ ਨੂਰ ਨਜ਼ਰ ਆਉਂਦਾ ਹੈ ਜਦੋਂ ਅਸੀਂ ਇਹਨਾਂ ਨੂੰ ਇਹਨਾਂ ਦੇ ਨੇੜੇ ਮੌਤ ਦਿਖਾਉਂਦੇ ਆ। ਇਹ ਡਰਦੇ ਨਹੀਂ, ਸਗੋਂ ਉਸ ਡਰ ਵਿੱਚ ਵੀ ਆਨੰਦ ਮਹਿਸੂਸ ਕਰਦੇ ਨੇ। ਹੈਰਾਨ ਹੋ ਗਿਆ ਸੀ ਕਿ ਕੈਸਾ ਗੁਰੂ ਦਾ ਸਿੱਖ ਹੈ, ਕੈਸਾ ਬਾਣੀ ਔਰ ਬਾਣੀ ਦੀ ਕਮਾਈ ਕਰਨ ਵਾਲਾ ਹੈ ਕਿ ਜਿਹਨੂੰ ਮੌਤ ਸਾਹਮਣੇ ਵੇਖ ਕੇ ਵੀ ਡਰ ਨਹੀਂ ਲੱਗਦਾ। ਹੁਣ ਕਬੀਰ ਜੀ ਕਹਿੰਦੇ ਇਹ ਕਿੱਥੇ ਹੁੰਦਾ ਹੈ? ਜਿੱਥੇ ਪਰਮੇਸ਼ਵਰ ਦਾ ਨਾਮ ਹੋਵੇ, ਜਿੱਥੇ ਆ ਧੁਰਕੀ ਬਾਣੀ ਰੱਬੀ ਬਾਣੀ ਦਾ ਅਭਿਆਸ ਹੋਵੇ, ਉੱਥੇ ਫਿਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਤੇ ਜਿੱਥੇ ਰੱਬੀ ਬਾਣੀ ਦਾ ਅਭਿਆਸ ਨਹੀਂ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ, ਉੱਥੇ ਡਰ ਹੀ ਡਰ ਹੈ। ਉੱਥੇ ਹਰ ਪ੍ਰਕਾਰ ਦਾ ਹੀ ਭੈ ਡਰ ਅੰਦਰ ਬਣਿਆ ਰਹਿੰਦਾ ਹੈ। ਜੈ ਅਨ ਭਉ ਤੈ ਭੈ ਨਹੀਂ, ਜਹ ਭਉ ਤੈ ਹਰ ਨਾਹੇ। ਜਿੱਥੇ ਭਰਮ ਭਉ ਹੈ ਉੱਥੇ ਕਿਸੇ ਪ੍ਰਕਾਰ ਵਿੱਚ ਵੀ ਉਹ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਜੁੜਿਆ। ਕਹਿਓ ਕਬੀਰ ਵਿਚਾਰ ਕੈ। ਕਬੀਰ ਜੀ ਕਹਿੰਦੇ ਮੈਂ ਐਵੇਂ ਨਹੀਂ ਕਹਿ ਦਿੱਤਾ ਰਾਹ ਜਾਂਦਿਆਂ, ਵੀ ਐਵੇਂ ਰਾਹ ਜਾਂਦਿਆਂ ਕੋਈ ਗੱਲ ਕਹਿ ਦਿੱਤੀ ਤੇ ਨਹੀਂ। ਕਹਿੰਦੇ ਚੰਗੀ ਤਰ੍ਹਾਂ ਵਿਚਾਰ ਕੇ, ਆਪਣੇ ਜੀਵਨ ਦੇ ਵਿੱਚ ਅਨੁਭਵ ਕਰਕੇ, ਆਪਣੇ ਆਪ ਨੂੰ ਭੈ ਤੋਂ ਡਰ ਤੋਂ ਰਹਿਤ ਕਰਕੇ, ਫਿਰ ਇਹ ਵਿਚਾਰ ਕੇ ਮੈਂ ਸੰਸਾਰ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਇਹ ਗੱਲ ਰੱਖੀ ਹੈ। ਕਹਿਓ ਕਬੀਰ ਵਿਚਾਰ ਕੈ
ਸੰਤ ਸੁਨੋ ਮਨ ਮਾਹੇ। ਇਹ ਕਹਿਣ ਲੱਗੇ ਸੰਤ ਜਨੋ, ਹੇ ਸਤ ਸੰਗੀ ਜਨੋ, ਤੁਸੀਂ ਧਿਆਨ ਲਾ ਕੇ ਮਨ ਵਿੱਚ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਲਓ ਕਿ ਜਿੱਥੇ ਪਰਮੇਸ਼ਵਰ ਦਾ ਨਾਮ ਹੁੰਦਾ ਉੱਥੇ ਡਰ ਨਹੀਂ ਹੁੰਦਾ, ਤੇ ਜਿੱਥੇ ਪਰਮੇਸ਼ਵਰ ਦਾ ਨਾਮ ਨਹੀਂ ਹੁੰਦਾ ਉੱਥੇ ਡਰ ਹੀ ਡਰ ਹਰ ਵੇਲੇ ਸਤਾਉਂਦਾ ਰਹਿੰਦਾ ਹੈ। ਨਾ ਦਿਨ ਵੇਲੇ ਚੈਨ ਆਉਂਦਾ ਹੈ ਤੇ ਨਾ ਰਾਤ ਵੇਲੇ ਚੈਨ ਆਉਂਦਾ ਹੈ। ਕਹਿੰਦੇ ਦਿਨ ਵੀ ਬਸ ਡਰਦਿਆਂ ਤੇ ਰਾਤ ਵੀ ਡਰਦਿਆਂ ਲੱਗ ਜਾਂਦੀ ਹੈ। ਔਰ ਕੁਝ ਡਰ ਐਸੇ ਨੇ ਜਿਹੜੇ ਅਸੀਂ ਬੱਚਿਆਂ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਅੰਦਰ ਪਾਲ ਦਿੰਦੇ ਹਾਂ। ਉਹ ਸਾਰੀ ਉਮਰ ਡਰ ਉਹਨਾਂ ਦੇ ਵਿੱਚੋਂ ਨਿਕਲਦਾ ਹੀ ਨਹੀਂ। ਅਸੀਂ ਆਪਣਾ ਕੰਮ ਕੱਢਣ ਵਾਸਤੇ, ਆਪਣੇ ਮਤਲਬ ਨੂੰ ਪੂਰਾ ਕਰਨ ਲਈ ਬੱਚਿਆਂ ਦੇ ਅੰਦਰ ਡਰ ਐਸਾ ਪਾ ਦਿੱਤਾ, ਉਹ ਸਾਰੀ ਉਮਰ ਬਸ ਡਰ ਨਿਕਲਦਾ ਹੀ ਨਹੀਂ ਅੰਦਰੋਂ। ਅਸੀਂ ਬੱਚੇ ਤੋਂ ਕੋਈ ਘਰ ਦਾ ਕੰਮ ਕਰਾਉਣਾ ਹੋਵੇ ਜਾਂ ਕਿਸੇ ਥਾਂ ਤੇ ਭੇਜਣਾ ਹੋਵੇ ਵੀ ਆਹ ਫਲਾਣੀ ਚੀਜ਼ ਤੂੰ ਲੈ ਕੇ ਆ, ਤੇ ਬੱਚਾ ਕਹਿੰਦਾ ਮੈਂ ਨਹੀਂ ਜਾਣਾ। ਬੱਚਾ ਸਾਡੀ ਗੱਲ ਨਾ ਮੰਨੇ ਤੇ ਅਸੀਂ ਕਹਿੰਦੇ ਆ ਵੀ ਜੇ ਤੂੰ ਆਹ ਕੰਮ ਨਾ ਕੀਤਾ ਤੈਨੂੰ ਸ਼ੈਤਾਨ ਪਕੜ ਲਏਗਾ, ਕੋਈ ਭੂਤ ਆ ਜਾਏਗਾ, ਕੋਈ ਪ੍ਰੇਤ ਆ ਜਾਏਗਾ। ਉਹ ਭੂਤ ਪ੍ਰੇਤਾਂ ਦਾ ਹੀ ਡਰ ਬੱਚੇ ਦੇ ਅੰਦਰ ਇੰਨਾ ਪਾ ਦਿੰਦੇ ਆ, ਉਹ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਉਸ ਭੂਤ ਪ੍ਰੇਤ ਦਾ ਡਰ ਆਪਣੇ ਅੰਦਰ ਪਾਲ ਦਿੰਦਾ ਹੈ। ਹਾਲਾਂਕਿ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਗਿਆ ਵੀ ਜੇ ਡਰ ਪਾਉਣਾ ਹੈ ਤਾਂ ਉਹ ਭੂਤਾਂ ਪ੍ਰੇਤਾਂ ਦਾ ਪਾਓ ਜਿਹੜੇ ਪਰਮਾਤਮਾ ਦੇ ਨਾਮ ਨਾਲੋਂ ਜਿਨ੍ਹਾਂ ਨੇ ਆਪਣੀ ਸਾਂਝ ਤੋੜੀ ਹੋਈ ਹੈ। ਜਿਹੜੇ ਕਾਮੀ ਨੇ, ਕਰੋਧੀ ਨੇ, ਲੋਭੀ, ਹੰਕਾਰੀ ਨੇ, ਵਿਕਾਰੀ ਨੇ, ਇਹਨਾਂ ਦਾ ਡਰ ਅੰਦਰ ਪਾਓ ਕਿ ਤੁਸੀਂ ਸਾਕਤ ਦੀ ਸੰਗਤ ਨਹੀਂ ਕਰਨੀ, ਤੁਸੀਂ ਮਨਮੁਖਾਂ ਦੀ ਸੰਗਤ ਨਹੀਂ ਕਰਨੀ। ਜਿਹੜੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੇ ਆਦੀ ਨੇ ਤੁਸੀਂ ਉਹਨਾਂ ਦੀ ਸੰਗਤ ਨਹੀਂ ਕਰਨੀ, ਕੁਕਰਮੀਆਂ ਦੀ ਸੰਗਤ ਨਹੀਂ ਕਰਨੀ। ਇਹ ਨੇ ਅਸਲ ਵਿੱਚ ਭੂਤ ਪ੍ਰੇਤ, ਇਹਨਾਂ ਤੋਂ ਤੁਸੀਂ ਬਚ ਕੇ ਰਹਿਣਾ। ਪਰ ਅਸੀਂ ਤੇ ਉਹਨਾਂ ਭੂਤ ਪ੍ਰੇਤਾਂ ਦਾ ਡਰ ਪਾ ਦਿੱਤਾ ਜਿਹੜੇ ਕਦੀ ਵੇਖੇ ਨਹੀਂ। ਔਰ ਸਾਨੂੰ ਸੀਰੀਅਲ ਵੀ ਉਹੀ ਬਣਾ ਕੇ ਦੇ ਦਿੱਤੇ ਕਿ ਜਿਹੜੇ ਭੂਤ ਪ੍ਰੇਤ ਅਸੀਂ ਵੇਖੇ ਨਹੀਂ। ਜਿਉਂਦੇ ਜਾਗਦੇ ਜਿਹੜੇ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਜਿਸ ਘਰ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਵਸਦਾ, ਜਿੱਥੇ ਰੱਬੀ ਬਾਣੀ ਦਾ ਅਭਿਆਸ ਨਹੀਂ ਹੁੰਦਾ, ਅਸਲ ਵਿੱਚ ਉਹ ਘਰ ਨਹੀਂ, ਉਹ ਸ਼ਮਸ਼ਾਨ ਘਾਟ ਹੁੰਦਾ ਹੈ। ਤੇ ਉਹਨਾਂ ਦੇ ਵਿੱਚ ਅਸਲ ਦੇ ਵਿੱਚ ਭੂਤ ਹੀ ਵਸਦੇ ਨੇ ਜਿਹੜੇ ਸ਼ੈਤਾਨੀ ਕੰਮ ਕਰਦੇ ਨੇ ਮਨੁੱਖੀ ਜਾਮੇ ਦੇ ਵਿੱਚ। ਪਰ ਸਾਨੂੰ ਬਚਪਨ ਤੋਂ ਡਰ ਉਹਨਾਂ ਭੂਤਾਂ ਪ੍ਰੇਤਾਂ ਦਾ ਪਾ ਦਿੱਤਾ ਜਿਹੜੇ ਕਦੀ ਵੇਖੇ ਹੀ ਨਹੀਂ। ਉਹ ਕਿਉਂ ਪਾ ਦਿੱਤਾ? ਅਸੀਂ ਆਪਣਾ ਕੰਮ ਕੱਢਣ ਵਾਸਤੇ। ਇਸ ਲਈ ਕਬੀਰ ਜੀ ਕਹਿੰਦੇ ਜਿੱਥੇ ਡਰ ਹੁੰਦਾ, ਉਹ ਫਿਰ ਜਿਵੇਂ ਜਿਵੇਂ ਬੱਚਾ ਡਰਦਾ ਹੈ ਤੇ ਜਿਵੇਂ ਜਿਵੇਂ ਸੰਸਾਰ ਵਿੱਚ ਵੱਡਾ ਹੁੰਦਾ ਹੈ, ਕਈ ਤਰ੍ਹਾਂ ਦੇ ਭਰਮ ਉਹਦੇ ਅੰਦਰ ਪੈਦਾ ਹੋ ਜਾਂਦੇ ਨੇ ਕਿ ਇਹਨਾਂ ਭੂਤਾਂ ਪ੍ਰੇਤਾਂ ਤੋਂ ਕਿਵੇਂ ਬਚਣਾ। ਉਹ ਫਿਰ ਜੰਤਰਾਂ ਮੰਤਰਾਂ ਵਾਲੇ ਪਾਸੇ ਤੁਰ ਪੈਂਦਾ। ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਰਾਹ ਤੋਰ ਰਹੇ ਹਾਂ। ਸਤਿਗੁਰੂ ਮਹਾਰਾਜ ਮਿਹਰ ਕਰਨ। ਕਬੀਰ ਜੀ ਕਹਿੰਦੇ ਨੇ ਜਿੱਥੇ ਪਰਮੇਸ਼ਵਰ ਦਾ ਨਾਮ ਹੋਵੇ ਉੱਥੇ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ, ਤੇ ਜਿੱਥੇ ਡਰ ਹੁੰਦਾ ਉੱਥੇ ਸਮਝ ਲੈਣਾ ਪਰਮੇਸ਼ਵਰ ਦਾ ਨਾਮ ਨਹੀਂ ਹੁੰਦਾ। ਉੱਥੇ ਪਰਮੇਸ਼ਵਰ ਦੇ ਨਾਮ ਦਾ ਅਨੁਭਵ, ਆਪਣੇ ਆਪ ਦਾ ਅਨੁਭਵ ਜੀਵਨ ਦੇ ਅੰਦਰ ਨਹੀਂ ਹੁੰਦਾ ਹੈ। ਕਬੀਰ ਜਿਨਹੁ ਕਿਛੁ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਅਗਲੇ ਪਾਵਨ ਬਚਨ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜਿਨਹੁ ਕਿਛੁ ਜਾਣਿਆ ਨਹੀਂ, ਜਿਹਨੇ ਕੁਛ ਵੀ ਨਹੀਂ ਜਾਣਿਆ। ਮੈਂ ਤੇ ਜਿਹੜੀ ਗੱਲ ਕਰ ਰਿਹਾ, ਕਬੀਰ ਸਾਹਿਬ ਕਹਿੰਦੇ ਕਹਿਓ ਕਬੀਰ ਵਿਚਾਰ ਕੇ। ਮੈਂ ਚੰਗੀ ਤਰ੍ਹਾਂ ਇਹਨੂੰ ਵਿਚਾਰ ਕੇ ਕਹਿ ਰਿਹਾ ਤਾਂ ਕਿ ਕੋਈ ਇਸ ਗੱਲ ਨੂੰ ਕੱਲ ਨੂੰ ਕੱਟ ਨਾ ਸਕੇ, ਕੋਈ ਇਸ ਗੱਲ ਨੂੰ ਝੂਠਾ ਨਾ ਕਹਿ ਸਕੇ ਵੀ ਕਬੀਰ ਜੀ ਕਹਿ ਰਹੇ ਨੇ ਜੋ ਕਹਿ ਰਹੇ ਝੂਠ ਹੈ। ਮੈਂ ਚੰਗੀ ਤਰ੍ਹਾਂ ਵਿਚਾਰ ਕੇ ਆਖਿਆ। ਅੱਗੇ ਕਹਿੰਦੇ ਕਬੀਰ ਜਿਨਹੁ ਕਿਛੁ ਜਾਣਿਆ ਨਹੀਂ, ਜਿਹਨੇ ਇਹ ਅਨੁਭਵ ਹੀ ਨਹੀਂ ਕੀਤਾ ਆਪਣੇ ਜੀਵਨ ਦਾ, ਜਿਹਨੇ ਆਪਣੇ ਜੀਵਨ ਨੂੰ ਸਮਝਣਾ ਹੀ ਨਹੀਂ ਕੀਤਾ, ਔਰ ਇਸ ਕੁਦਰਤ ਵਿੱਚ ਕਾਦਰ ਨੂੰ ਜਿਹਨੇ ਅਨੁਭਵ ਹੀ ਨਹੀਂ ਕੀਤਾ, ਸਮਝਿਆ ਹੀ ਨਹੀਂ ਹੈ, ਉਹ ਤਾਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕਹਿੰਦੇ ਬਸ ਐਵੇਂ ਹੀ ਲੰਘਾ ਰਿਹਾ ਹੈ ਜਿਵੇਂ ਕੋਈ ਸੁੱਖ ਦੀ ਨੀਂਦ ਵਿੱਚ ਸੁੱਤਾ ਹੋਵੇ।
ਭਾਵ ਬਿਹਾਏ ਦਾ ਅਰਥ ਕੀ ਹੁੰਦਾ ਹੈ? ਬਿਹਾਏ ਦਾ ਅਰਥ ਹੁੰਦਾ ਉਮਰ ਬਤੀਤ ਹੋ ਰਹੀ ਹੈ, ਉਹਦੀ ਜ਼ਿੰਦਗੀ ਬਸ ਇਸੇ ਵੀ ਚੱਕਰਾਂ ਦੇ ਵਿੱਚ ਹੀ ਬਤੀਤ ਹੋ ਰਹੀ ਹੈ। ਉਹ ਸੋਚ ਰਿਹਾ ਵੀ ਮੈਂ ਬੜੀ ਸੁੱਖ ਦੀ ਨੀਂਦ ਸੌ ਰਿਹਾ, ਅਸਲ ਵਿੱਚ ਉਹ ਆਪਣੇ ਜੀਵਨ ਦੇ ਰਾਹ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰ ਰਿਹਾ ਹੈ। ਉਹ ਸੁੱਖ ਦੀ ਨੀਂਦ ਨਹੀਂ ਸੌ ਰਿਹਾ, ਉਹ ਤਾਂ ਜੰਮਣ ਮਰਨ ਤੇ ਆਵਾਗਮਨ ਦੇ ਚੱਕਰ ਵਿੱਚ ਪੈਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਿਹਨੇ ਕੁਝ ਵੀ ਨਹੀਂ ਜਾਣਿਆ, ਨਾ ਕੁਦਰਤ ਨੂੰ ਜਾਣਿਆ, ਨਾ ਕੁਦਰਤ ਵਿੱਚ ਕਰਤੇ ਨੂੰ ਜਾਣਿਆ, ਨਾ ਆਪਣੇ ਆਪ ਨੂੰ ਜਾਣਿਆ, ਤੇ ਨਾ ਹੀ ਆਪਣੇ ਅੰਦਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਨਾ ਆਪਣਾ ਅਨੁਭਵ ਹੋਇਆ ਤੇ ਨਾ ਕੁਦਰਤ ਦਾ ਅਨੁਭਵ ਹੋਇਆ। ਹੁਣ ਧਿਆਨ ਰੱਖਿਓ, ਜਦੋਂ ਬੰਦਾ 2-4 ਘੰਟੇ ਸੌਂ ਜਾਂਦਾ ਹੈ ਨਾ, ਤੇ ਸੁੱਤੇ ਹੋਏ ਬੰਦੇ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ, ਸਾਰੀਆਂ ਚਿੰਤਾਵਾਂ ਭੁੱਲ ਜਾਂਦੀਆਂ ਨੇ। ਤੇ ਜਦੋਂ ਬੰਦਾ ਜਾਗਦਾ ਹੈ, ਉਹਨੂੰ ਫਿਰ ਉਹੀ ਦੁੱਖ, ਉਹੀ ਚਿੰਤਾਵਾਂ ਲੱਗ ਜਾਂਦੀਆਂ। ਕਈ ਵਾਰ ਬਹੁਤ ਜ਼ਿਆਦਾ ਕੋਈ ਡਿਪਰੈਸ਼ਨ ਦੇ ਵਿੱਚ ਆਇਆ ਹੋਵੇ, ਤੇ ਡਾਕਟਰ ਵੀ ਕਹਿ ਦਿੰਦੇ ਨੇ ਕਿ ਇਹਦਾ ਕੁਝ ਪਲ ਆਰਾਮ ਕਰਨਾ ਜ਼ਰੂਰੀ ਹੈ, ਇਹਦਾ ਦਿਮਾਗ ਫਰੈਸ਼ ਹੋਏਗਾ। ਕਿਉਂਕਿ ਇਹਦਾ ਦਿਮਾਗ ਅੰਦਰ ਜਿਹੜਾ ਇੰਨਾ ਬੋਝ ਪੈ ਗਿਆ, ਇੰਨਾ ਭਾਰ ਅੰਦਰ ਇਹਦੇ ਦਿਮਾਗ ਤੇ ਪੈ ਗਿਆ, ਹੁਣ ਇਹ ਪਰੇਸ਼ਾਨੀਆਂ ਵਿੱਚ ਇੰਨਾ ਘਿਰ ਗਿਆ, ਤੇ ਜੇ ਇਹ 2-4 ਘੰਟੇ ਨਹੀਂ ਸੌਏਗਾ ਤੇ ਇਹਦੇ ਦਿਮਾਗ ਦਾ ਬੈਲੈਂਸ ਵਿਗੜ ਜਾਏਗਾ। ਇੰਨੀ ਗੱਲ ਤੇ ਆਪਾਂ ਮੰਨਦੇ ਆ ਨਾ ਕਿ ਜਿਹਨੂੰ ਨੀਂਦ ਨਹੀਂ ਆ ਰਹੀ, ਉਹਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪੈ ਰਿਹਾ, ਬੋਝ ਪੈ ਰਿਹਾ, ਤੇ ਜੇ ਨੀਂਦ ਨਹੀਂ ਆਉਂਦੀ ਤੇ ਡਾਕਟਰ ਕਹਿੰਦੇ ਨੇ ਇਹਨੂੰ ਆਹ ਦਵਾਈ ਦਿਓ, 2-4 ਘੰਟੇ ਸੌਏਗਾ, ਫਿਰ ਇਹਦਾ ਦਿਮਾਗ ਜਿਹੜਾ ਇਹ ਫਰੈਸ਼ ਹੋ ਜਾਏਗਾ। ਭਾਵ ਕੁਝ ਸਮੇਂ ਲਈ ਤਾਂ ਇਹਦੇ ਦਿਮਾਗ ਤੋਂ ਚਿੰਤਾਵਾਂ ਹਟ ਜਾਣਗੀਆਂ। ਹੁਣ ਜਾਗਦੇ ਹੋਏ ਨੂੰ ਦੁੱਖ ਮਹਿਸੂਸ ਹੁੰਦਾ ਹੈ, ਜਾਗਦਾ ਹੋਇਆ ਚਿੰਤਾਵਾਂ ਦੇ ਵਿੱਚ ਹੈ, ਜਾਗਦਾ ਹੋਇਆ ਪਰੇਸ਼ਾਨੀਆਂ 'ਚ ਘਿਰਿਆ ਹੋਇਆ, ਪਰ ਜਦੋਂ 2-4 ਘੰਟੇ ਸੌਂ ਜਾਵੇ, ਉਹ 2-4 ਘੰਟੇ ਉਹਦੇ ਲਈ ਸੁੱਖ ਦੇ ਹੁੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਆ ਕਿ ਤੁਸੀਂ ਜੇ ਆਪਣੇ ਜੀਵਨ ਨੂੰ ਨਹੀਂ ਵਿਚਾਰਿਆ, ਇਹ ਅਨੁਭਵ ਨਹੀਂ ਕੀਤਾ ਕਿ ਸਾਰੇ ਸੰਸਾਰ ਦਾ ਮਾਲਕ ਇੱਕ ਪਰਮੇਸ਼ਵਰ ਹੈ, ਤਾਂ ਫਿਰ ਤੁਸੀਂ ਹਜੇ ਉਹ ਨੀਂਦ ਵਿੱਚ ਸੁੱਤੇ ਹੋਏ ਹੋ ਜਿਹਨੂੰ ਤੁਸੀਂ ਸੁੱਖ ਸਮਝ ਕੇ ਬੈਠੇ ਹੋਏ ਹੋ। ਤੁਸੀਂ ਹਜੇ ਉਸ ਨੀਂਦ ਵਿੱਚ ਹੋ ਜਿੱਥੇ ਤੁਹਾਨੂੰ ਸੁੱਖ ਮਿਲ ਰਿਹਾ ਹੈ, ਪਰ ਜਿਸ ਦਿਨ ਤੁਸੀਂ ਜਾਗੋਗੇ ਉਸ ਦਿਨ ਤੁਹਾਡੇ ਅੰਦਰ ਬਹੁਤ ਵੱਡਾ ਡਰ ਹੋਏਗਾ, ਪਰ ਉਦੋਂ ਤੁਹਾਡੀ ਜ਼ਿੰਦਗੀ ਦਾ ਇਹ ਸਮਾਂ ਲੰਘ ਚੁੱਕਾ ਹੋਏਗਾ। ਜਿਨ੍ਹਾਂ ਨੇ ਸਮਝ ਲਿਆ ਇਸ ਨੀਂਦ ਵਿੱਚੋਂ ਦੀ, ਸਾਨੂੰ ਤਾਂ ਜਗਾ ਰਹੇ ਨੇ ਕਿ ਤੁਸੀਂ ਇਸ ਨੀਂਦ ਵਿੱਚੋਂ ਜਾਗੋ। ਤੁਹਾਨੂੰ ਇਹਨਾਂ ਵਿਕਾਰਾਂ ਨੇ ਐਸਾ ਤੁਹਾਡੇ ਮਨ ਨੂੰ ਸਵਾ ਦਿੱਤਾ ਕਿ ਮਨ ਉੱਠਣ ਨੂੰ ਤਿਆਰ ਹੀ ਕੋਈ ਨਹੀਂ। ਮਨ ਸੁੱਤਾ ਪਿਆ ਹੀ ਇਹ ਸੰਸਾਰ ਨੂੰ ਸੁੱਖ ਮੰਨੀ ਬੈਠਾ ਹੈ ਕਿ ਇਹ ਸੰਸਾਰ ਹੀ ਸੁੱਖ ਹੈ। ਵਧੀਆ ਭੋਜਨ ਖਾ ਲਿਆ, ਵਧੀਆ ਕੱਪੜਾ ਪਾ ਲਿਆ, ਵਧੀਆ ਥਾਂ ਮੱਲ ਕੇ ਬੈਠ ਗਏ, ਤੇ 4 ਪੈਸੇ ਇਕੱਠੇ ਕਰ ਲਏ, ਤੇ ਬੰਦਾ ਕਹਿੰਦਾ ਇਸ ਤੋਂ ਵੱਡਾ ਸੁੱਖ ਕੀ ਹੈ। ਇਹੀ ਸੁੱਖ ਮੰਨ ਕੇ ਬੈਠੇ ਆ, ਪਰ ਇਹ ਸਾਡੀ ਜ਼ਿੰਦਗੀ ਦਾ ਸੁੱਖ ਨਹੀਂ ਹੈ। ਸਭ ਕਹਿੰਦੇ ਸੁੱਖ ਤੈਨੂੰ ਜੇ ਧਨ ਪਦਾਰਥਾਂ ਵਿੱਚੋਂ ਹੀ ਮਿਲਦਾ ਹੋਵੇ, ਤੇ ਫਿਰ ਤੈਨੂੰ ਬੰਦਗੀ ਕਰਨ ਦੀ ਕੀ ਲੋੜ ਹੈ, ਫਿਰ ਤੈਨੂੰ ਨਾਮ ਸਿਮਰਨ ਕਰਨ ਦੀ ਕੀ ਲੋੜ ਹੈ। ਪਰ ਜਿੰਨਾ ਤੂੰ ਇਸ ਸੁੱਖ ਦੀ ਨੀਂਦ ਵਿੱਚ ਸੁੱਤਾ ਪਿਆ, ਉਨਾ ਹੀ ਤੇਰਾ ਜੀਵਨ ਬੇਅਰਥ ਲੰਘ ਰਿਹਾ ਹੈ। ਉਹ ਕਿਉਂ? ਕਿਉਂਕਿ ਮਨ ਸੁੱਤਾ ਹੋਇਆ ਹੈ, ਤਨ ਜਾਗ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਜੇ ਤੂੰ ਆਇਆ ਤੇ ਆ ਫਿਰ ਤੇਰੇ ਸੁੱਤੇ ਮਨ ਨੂੰ ਜਗਾ ਕੇ ਇਹਨੂੰ ਅਨੁਭਵ ਕਿਨੇ ਕਰਨਾ ਹੈ? ਤਨ ਨੇ ਨਹੀਂ ਕਰਨਾ, ਅਨੁਭਵ ਮਨ ਨੇ ਕਰਨਾ ਹੈ। ਡਰ ਜਿਹੜਾ ਹੈ ਉਹ ਤਨ ਤੇ ਨਹੀਂ ਬਣਿਆ ਹੋਇਆ, ਜਿਹੜਾ ਡਰ ਹੈ ਉਹ ਸਾਡੇ ਮਨ। ਡਰਦਾ ਕੌਣ ਹੈ? ਸਰੀਰ ਥੋੜੀ ਡਰਦਾ ਹੈ, ਮਨ ਡਰਦਾ ਹੈ, ਤੇ ਮਨ ਦੇ ਡਰ ਨੂੰ ਅੰਦਰੋਂ ਕੱਢਣਾ। ਸਾਹਿਬ ਜੀ ਕਹਿੰਦੇ ਜਿਹਨੂੰ ਸਮਝ ਆ ਗਈ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਜਿਹਨੂੰ ਇਹ ਸਮਝ ਆ ਗਈ ਤੂੰ ਮੇਰਾ ਰਾਖਾ, ਸਭਨੀ ਥਾਈ, ਸਾਰੀਆਂ ਥਾਵਾਂ ਤੇ ਤੂੰ ਹੀ ਮੇਰਾ ਰਖਵਾਲਾ ਹੈ, ਫਿਰ ਉਹ ਕਿੱਥੋਂ ਡਰੇਗਾ? ਉਹਦੇ ਅੰਦਰ ਡਰ ਪੈਦਾ ਹੀ ਨਹੀਂ ਹੋਏਗਾ। ਤਾਂ ਹੀ ਤੇ ਉਹ ਬੇਖੌਫ ਹੋ ਕੇ ਦੁਨੀਆ ਦੇ ਸਾਹਮਣੇ ਉਹ ਇੱਕ ਗੱਲ ਕਹਿੰਦਾ ਮਾਲਕ ਜੀ ਮੈਨੂੰ ਸਾਰੇ ਦੁਨੀਆ ਵਿੱਚ, ਸੰਸਾਰ ਵਿੱਚ
ਕਿਤੋਂ ਵੀ ਡਰ ਨਹੀਂ ਲੱਗਦਾ। ਕਿਉਂ? ਕਿਉਂਕਿ ਮੈਨੂੰ ਸਮਝ ਆ ਗਈ ਕਿ ਜਾਂ ਤੂੰ ਮੇਰੇ ਵੱਲ ਹੈ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਭਉ ਕਿਹਾ ਕਾੜਾ ਜੀ। ਇਹ ਹੁਣ ਅਨੁਭਵ ਕਰਾਂਗੇ ਤਾਂ ਹੀ ਅੰਦਰੋਂ ਭਉ ਨਿਕਲੇਗਾ। ਜੇ ਸਾਨੂੰ ਇਹ ਅਨੁਭਵ ਹੀ ਨਹੀਂ ਹੋਇਆ ਵੀ ਉਹ ਸਭਨੀ ਥਾਈ ਮੇਰਾ ਰਖਵਾਲਾ ਹੈ, ਉਹੀ ਮੇਰਾ ਪਿਤਾ ਹੈ, ਉਹੀ ਮੇਰੀ ਮਾਤਾ ਹੈ, ਉਹੀ ਮੇਰਾ ਬੰਧਪ ਹੈ, ਉਹੀ ਮੇਰਾ ਭਰਾਤਾ ਹੈ, ਜਿੰਨਾ ਚਿਰ ਇਹ ਅਨੁਭਵ ਨਹੀਂ ਹੋਏਗਾ ਮਨ ਹਰ ਵੇਲੇ ਡਰਦਾ ਹੀ ਰਹੇਗਾ। ਜਦੋਂ ਇਹ ਅਨੁਭਵ ਹੋ ਗਿਆ ਕਿ ਉਹ ਮੇਰਾ ਰਾਖਾ ਸਭਨੀ ਥਾਈ ਹੈ, ਫਿਰ ਅਸੀਂ ਬੇਖੌਫ ਹੋ ਕੇ ਕਵਾਂਗੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਉੱਥੇ ਫਿਰ ਡਰ ਨਹੀਂ ਰਹਿ ਜਾਏਗਾ। ਇਸ ਲਈ ਕਬੀਰ ਜੀ ਕਹਿੰਦੇ ਜਿਨੇ ਇਹ ਜਾਣਿਆ ਹੀ ਨਹੀਂ ਕੁਛ ਵੀ, ਜਿਨੇ ਆ ਅਵਸਥਾ ਨੂੰ ਅਨੁਭਵ ਹੀ ਨਹੀਂ ਕੀਤਾ, ਉਹ ਸੁੱਖ ਦੀ ਨੀਂਦ ਵਿੱਚ ਸੁੱਤਾ ਆਪਣੀ ਉਮਰ ਲੰਘਾ ਰਿਹਾ ਹੈ। ਭਾਵ ਆ ਦੁਨੀਆ ਦੇ ਧਨ ਪਦਾਰਥਾਂ ਦੀ ਸੁੱਖ ਦੀ ਨੀਂਦ ਵਿੱਚ ਸੁੱਤਾ ਹੋਇਆ ਆਪਣੀ ਜ਼ਿੰਦਗੀ ਨੂੰ ਬੇਅਰਥ ਹੀ ਗਵਾ ਰਿਹਾ। ਜੋ ਅਨੁਭਵ ਕਰਨਾ ਸੀ ਉਹ ਅਨੁਭਵ ਇਹਨੂੰ ਨਹੀਂ ਹੋ ਰਿਹਾ। ਜਿਸ ਡਰ ਵਿੱਚੋਂ ਨਿਕਲ ਕੇ ਇਹਨੇ ਜਿਉਣਾ ਸੀ ਉਸ ਡਰ ਵਿੱਚੋਂ ਇਹ ਨਿਕਲ ਕੇ ਨਹੀਂ ਜਿਉ ਰਿਹਾ। ਹਾਂ, ਜਿੰਨਾ ਚਿਰ ਸੁੱਤਾ ਹੋਇਆ ਹੈ ਠੀਕ ਹੈ, ਪਰ ਜਦੋਂ ਜਾਗੇਗਾ ਫਿਰ ਡਰਨ ਲੱਗ ਜਾਏਗਾ। ਜਦੋਂ ਜਾਗੇਗਾ ਫਿਰ ਇਹਦੇ ਅੰਦਰ ਉਹੀ ਜਿਹੜਾ ਉਹ ਚਿੰਤਾਵਾਂ ਪਰੇਸ਼ਾਨੀਆਂ ਇਹਨੂੰ ਘੇਰ ਲੈਣਗੀਆਂ। ਦਿਮਾਗੀ ਬੈਲੈਂਸ ਜਦੋਂ ਵਿਗੜ ਗਿਆ ਨਾ ਤੇ ਫਿਰ ਸਾਨੂੰ ਦਵਾਈ ਐਸੀ ਦਿੱਤੀ ਜਾਏਗੀ ਕਿ ਇਹ ਸੁੱਤਾ ਹੀ ਰਵੇ ਤਾਂ ਠੀਕ ਹੈ। ਕਿਉਂਕਿ ਜਦੋਂ ਹੀ ਉੱਠੇਗਾ ਕੋਈ ਨਾ ਕੋਈ ਗੜਬੜ ਕਰੇਗਾ, ਕੋਈ ਨਾ ਕੋਈ ਨੁਕਸਾਨ ਕਰੇਗਾ, ਕਿਉਂਕਿ ਦਿਮਾਗੀ ਬੈਲੈਂਸ ਵਿਗੜ ਚੁੱਕਾ ਹੈ। ਇਹ ਕੁਝ ਵੀ ਕਰ ਸਕਦਾ ਹੈ। ਦਿਮਾਗੀ ਬੈਲੈਂਸ ਜਿਹਦਾ ਵਿਗੜ ਜਾਏ, ਸੰਤੁਲਨ ਵਿਗੜ ਜਾਏ ਦਿਮਾਗ ਦਾ, ਉਹ ਕੋਈ ਵੀ ਹਰਕਤ ਕਰ ਸਕਦਾ ਹੈ। ਫਿਰ ਉਹਨੂੰ ਕਿਹਾ ਜਾਂਦਾ ਹੈ ਵੀ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਵਾਓ ਤਾਂ ਕਿ ਇਹਦੇ ਦਿਮਾਗ ਨੂੰ ਕੁਝ ਆਰਾਮ ਮਿਲੇ। ਇਸੇ ਤਰ੍ਹਾਂ ਅਸੀਂ ਧਨ ਪਦਾਰਥਾਂ ਦੀ ਨੀਂਦ ਵਿੱਚ ਸੁੱਤੇ ਪਏ ਸੁੱਖ ਮਾਣਦੇ ਪਏ ਹਾਂ, ਪਰ ਜਿਸ ਦਿਨ ਜਾਗਾਂਗੇ ਉਸ ਦਿਨ ਡਰ ਤੋਂ ਸਿਵਾ ਸਾਡੇ ਪੱਲੇ ਕੁਝ ਨਹੀਂ ਰਹਿਣਾ। ਕਬੀਰ ਸਾਹਿਬ ਕਹਿੰਦੇ ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ, ਜਿਹਨੇ ਕੁਝ ਵੀ ਨਾ ਜਾਣਿਆ, ਜਿਹਨੇ ਆਪਣੀ ਜ਼ਿੰਦਗੀ ਦਾ ਅਨੁਭਵ ਕੀਤਾ ਹੀ ਨਹੀਂ ਹੈ, ਜਿਹਨੇ ਪਰਮੇਸ਼ਵਰ ਦੇ ਨਾਮ ਨਾਲ ਜੁੜ ਕੇ ਉਹਨੂੰ ਅਨੁਭਵ ਕੀਤਾ ਹੀ ਨਹੀਂ ਹੈ, ਤਿੰਨ ਸੁਖ ਨੀਂਦ ਬਿਹਾਏ। ਉਹ ਤਾਂ ਨੀਂਦ ਵਿੱਚ ਸੁੱਖ ਵਿੱਚ ਆਪਣੀ ਜ਼ਿੰਦਗੀ ਨੂੰ, ਆਪਣੇ ਸਮੇਂ ਨੂੰ ਬੇਅਰਥ ਹੀ ਲੰਘਾ ਰਿਹਾ ਹੈ। ਹਮ ਹੋ ਜੋ ਬੂਝਾ ਬੂਝਨਾ, ਪੂਰੀ ਪਰੀ ਬਲਾਏ। ਕਬੀਰ ਜੀ ਕਹਿੰਦੇ ਜੋ ਮੈਂ ਬੁੱਝਣਾ ਸੀ ਮੈਂ ਬੁੱਝ ਲਿਆ, ਜੋ ਮੈਂ ਸਮਝਣਾ ਸੀ ਸਮਝ ਲਿਆ, ਜੋ ਮੈਂ ਅਨੁਭਵ ਕਰਨਾ ਸੀ ਮੈਂ ਕਰ ਲਿਆ। ਜਿਹੜੀ ਗੱਲ ਮੈਂ ਨਾਮ ਦਾ ਅਭਿਆਸ ਕਰਕੇ, ਪਰਮੇਸ਼ਵਰ ਦੇ ਨਾਮ ਦਾ ਅਭਿਆਸੀ ਬਣ ਕੇ ਜੋ ਮੈਂ ਬੁੱਝਣਾ ਚਾਹੁੰਦਾ ਸੀ, ਸਮਝਣਾ ਚਾਹੁੰਦਾ ਸੀ, ਉਸ ਗੱਲ ਨੂੰ ਮੈਂ ਸਮਝ ਲਿਆ। ਪੂਰੀ ਪਰੀ, ਮੇਰੀ ਮੱਤ ਜਿਹੜੀ ਅਧੂਰੀ ਸੀ ਨਾ, ਹੁਣ ਮੇਰੀ ਮੱਤ ਪੂਰੀ ਹੋ ਗਈ। ਹੁਣ ਮੇਰੀ ਮੱਤ ਜਿਹੜੀ ਪੂਰੀ ਸੀ, ਬੁਲਾਏ, ਉਹ ਮੈਨੂੰ ਬੁਲਾ ਰਹੀ ਹੈ। ਬੁਲਾਏ ਦਾ ਅਰਥ ਕੀ ਹੁੰਦਾ? ਅਸੀਂ ਕਹਿੰਦੇ ਇਹਨੂੰ ਪਤਾ ਨਹੀਂ ਕਿਹੜੀ ਬਲਾ ਚਿਮੜ ਗਈ। ਥੋੜਾ ਇਹਨੂੰ ਧਿਆਨ ਨਾਲ ਸਮਝਿਓ। ਬੁਲਾਏ ਦਾ ਅਰਥ ਕੀ ਹੈ? ਅਸੀਂ ਕਹਿੰਦੇ ਆ ਵੀ ਆਹ ਬੰਦੇ ਨੂੰ ਪਤਾ ਨਹੀਂ ਕਿਹੜੀ ਬਲਾ ਚਿਮੜ ਗਈ, ਕੁਛ ਵੀ ਬੋਲੀ ਜਾ ਰਿਹਾ ਹੈ। ਇਹਦਾ ਮਤਲਬ ਬਲਾ ਦਾ ਅਰਥ ਹੁੰਦਾ ਵੀ ਬੁਲਾਉਣਾ। ਵੀ ਅਸੀਂ ਕਹਿੰਦੇ ਆ ਵੀ ਇਹਦੇ ਅੰਦਰ ਪਤਾ ਨਹੀਂ ਕਿਹੜੀ ਬਲਾ ਹੈ ਜਿਹੜੀ ਇਹਨੂੰ ਬੁਲਾ ਰਹੀ। ਇਹ ਆਪ ਨਹੀਂ ਬੋਲ ਰਿਹਾ, ਜਿਹੜੀ ਇਹਨੂੰ ਬਲਾ ਚਿਮੜੀ ਹੋਈ ਹੈ ਉਹ ਇਹਨੂੰ ਬੁਲਾ ਰਹੀ ਹੈ। ਬੁਲਾਏ ਦਾ ਅਰਥ ਹੁੰਦਾ ਵੀ ਕੋਈ ਹੋਰ ਬੁਲਾ ਰਿਹਾ, ਆਪ ਨਹੀਂ ਬੋਲ ਰਿਹਾ, ਕੋਈ ਹੋਰ ਬੁਲਾ ਰਿਹਾ ਹੈ। ਕਬੀਰ ਜੀ ਕਹਿੰਦੇ ਮੈਨੂੰ ਵੀ, ਮੈਂ ਨਹੀਂ ਬੋਲ ਰਿਹਾ, ਉਹ ਜਿਹੜੀ ਮੇਰੀ ਮੱਤ ਪੂਰੀ ਹੋ ਗਈ ਹੈ ਨਾ, ਪਹਿਲਾਂ ਮੇਰੀ ਮੱਤ ਅਧੂਰੀ ਸੀ, ਹੁਣ ਮੇਰੀ ਮੱਤ ਪੂਰੀ ਹੋ ਗਈ। ਹੁਣ ਮੇਰੀ ਜੋ ਪੂਰੀ ਮੱਤ ਹੈ, ਉਹ ਜੋ ਮੇਰੇ ਕੋਲੋਂ ਬੁਲਾ ਰਹੀ ਹੈ, ਉਹੀ ਮੈਂ ਬੋਲ ਕੇ ਦੁਨੀਆ ਨੂੰ ਕਹਿ ਰਿਹਾ ਕਿ ਦੁਨੀਆ ਦੇ ਲੋਕੋ, ਆ ਜਿਹੜਾ ਸੁੱਖ ਤੁਸੀਂ ਸਮਝੀ ਬੈਠੇ ਹੋ, ਇਹ ਤੁਹਾਡੇ ਮਨ ਦਾ ਸੁੱਖ ਨਹੀਂ, ਇਹ ਤੁਹਾਡੇ ਆਤਮਿਕ ਜੀਵਨ ਦਾ ਸੁੱਖ ਨਹੀਂ। ਆਤਮਿਕ ਤਲ ਤੇ ਤੁਸੀਂ ਦੁਖੀ ਹੋ, ਮਨ ਕਰਕੇ ਤੁਸੀਂ ਪਰੇਸ਼ਾਨ ਹੋ, ਮਨ ਕਰਕੇ ਤੁਸੀਂ ਰੋਗੀ ਹੋ। ਇਸ ਲਈ ਆ ਬਾਹਰ ਦੇ ਸੁੱਖ ਦੀ ਨੀਂਦ ਵਿੱਚੋਂ ਦੀ ਜਾਗੋ ਤਾਂ ਸਮਝ ਆਈ। ਕਬੀਰ ਜੀ ਕਹਿੰਦੇ ਮੇਰੀ ਮੱਤ ਪੂਰੀ ਹੋ ਗਈ, ਬੁਲਾਏ ਜੋ ਮੈਨੂੰ ਬੁਲਾ ਰਹੀ ਹੈ, ਮੈਂ ਉਹੀ ਦੁਨੀਆ ਨੂੰ ਕਹਿ ਰਿਹਾ।
ਦੇਖੋ, ਇੱਕ ਅਵਸਥਾ ਹੁੰਦੀ ਹੈ ਜਿੱਥੇ ਬੰਦਾ ਕਹਿੰਦਾ ਮੈਂ ਬੋਲਦਾ, ਮੈਂ ਬੋਲਦਾ। ਇਹਦਾ ਮਤਲਬ ਉਹਨੂੰ ਹਜੇ ਅਨੁਭਵ ਹੀ ਨਹੀਂ ਹੋਇਆ ਕਿ ਇਹ ਬੁਲਾਉਣ ਵਾਲਾ ਕੌਣ ਹੈ। ਉਹ ਕਹਿੰਦਾ ਮੈਂ ਬੋਲਦਾ, ਪਰ ਇੱਕ ਅਵਸਥਾ ਆ ਜਾਂਦੀ ਹੈ ਜਿੱਥੇ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ। ਮੈਂ ਆਪਣਾ ਬੋਲਿਆ ਜਾਣਦਾ ਹੀ ਨਹੀਂ ਆ, ਮੈਂ ਕੀ ਬੋਲਾਂ? ਬੁਲਾਇਆ ਬੋਲੀ ਖਸਮ ਦਾ। ਮੈਂ ਤੇ ਉਸ ਖਸਮ ਦਾ ਬੁਲਾਇਆ ਹੋਇਆ ਬੋਲ ਰਿਹਾ, ਮੈਂ ਨਹੀਂ ਬੋਲ ਰਿਹਾ, ਕਿਉਂਕਿ ਹੁਣ ਮੈਂ ਅੰਦਰ ਬੋਲਣ ਵਾਲੀ ਅਵਸਥਾ ਰਹੀ ਨਹੀਂ। ਜਿਹੜਾ ਕਹਿੰਦਾ ਮੈਂ ਬੋਲਦਾ ਉਹ ਮਨਮੁਖ ਹੈ, ਜਿਹੜਾ ਕਹਿੰਦਾ ਜਿਵੇਂ ਖਸਮ ਬੁਲਾ ਰਿਹਾ ਉਹ ਬੋਲ ਰਿਹਾ ਉਹ ਗੁਰਮੁਖ ਹੈ। ਬਸ ਇੱਥੋਂ ਹੀ ਅਸੀਂ ਅੰਦਾਜ਼ਾ ਲਾਉਣਾ। ਜਿਹੜਾ ਕਹਿੰਦਾ ਨਾ ਮੈਂ ਬੋਲਦਾ, ਕਹਿਣ ਲੱਗੇ ਇਹ ਮੈਂ ਹੀ ਮਨਮੁਖ ਹੈ। ਜਿਹੜਾ ਕਹਿੰਦਾ ਬੁਲਾਇਆ ਬੋਲੀ ਖਸਮ ਦਾ, ਅਸਲ ਵਿੱਚ ਇਹ ਗੁਰਮੁਖ ਹੈ। ਤੇ ਜਦੋਂ ਵੀ ਗੱਲ ਮੱਤ ਦੀ ਆਉਂਦੀ ਹੈ ਤੇ ਜ਼ਰੂਰ ਹੱਥ ਜੋੜ ਕੇ ਬੇਨਤੀ ਕਰੀਦੀ, ਆਪਣੇ ਸਮੇਤ ਸਮਝਣ ਸਮਝਾਉਣ ਦਾ ਯਤਨ ਕਰੀਦਾ ਹੈ ਕਿ ਜਿੰਨੀ ਵਾਰ ਵੀ ਗੁਰੂ ਸਾਹਿਬ ਦੇ ਸਨਮੁਖ ਹੋਈਏ ਹੱਥ ਜੋੜ ਕੇ ਇੱਕੋ ਹੀ ਗੱਲ ਕਹੀਏ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਮੈਂ ਅਧੂਰੀ ਮੱਤ ਲੈ ਕੇ ਆਇਆ ਤੇ ਤੁਹਾਡੇ ਕੋਲ ਆ ਕੇ ਮੈਂ ਤੁਹਾਡੀ ਮੱਤ ਲੈ ਕੇ ਇਸ ਅਧੂਰੀ ਮੱਤ ਨੂੰ ਪੂਰਾ ਕਰਨਾ ਹੈ। ਤੇ ਜਿੱਦਣ ਸਾਡੀ ਤੁਹਾਡੀ ਮੱਤ ਪੂਰੀ ਹੋ ਜਾਏਗੀ ਫਿਰ ਆਪਾਂ ਥੋੜੀ ਬੋਲਾਂਗੇ, ਫਿਰ ਜੋ ਗੁਰਬਾਣੀ ਬੁਲਾਏਗੀ ਉਹ ਬੋਲਾਂਗੇ। ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚੋਂ ਬੁਲਵਾਉਣਗੇ ਉਹੀ ਬੋਲਾਂਗੇ, ਕਿਉਂਕਿ ਹੁਣ ਉੱਥੇ ਤਾਂ ਆਪਣੀ ਅਧੂਰੀ ਮੱਤ ਤੇ ਖਤਮ ਹੋ ਗਈ। ਤੇ ਜਿਹੜਾ ਅਧੂਰਾ ਹੁੰਦਾ ਹੈ ਅਸਲ ਵਿੱਚ ਖੜਕਦਾ ਵੀ ਉਹੀ ਹੈ। ਕਬੀਰ ਸਾਹਿਬ ਨੇ ਕਿਹਾ ਨਾ ਵੀ ਛੂਛਾ ਭਾਂਡਾ ਜਿਹੜਾ ਹੋਵੇ ਉਹੀ ਬੋਲਦਾ ਜ਼ਿਆਦਾ, ਤੇ ਜਿਹੜਾ ਭਰਿਆ ਹੋਵੇ ਫਿਰ ਉਹ ਨਹੀਂ ਬੋਲਦਾ। ਭਰੇ ਭਾਂਡੇ ਵਿੱਚੋਂ ਆਵਾਜ਼ ਨਹੀਂ ਆਉਂਦੀ, ਆਵਾਜ਼ ਖਾਲੀ ਭਾਂਡੇ ਵਿੱਚੋਂ ਹੀ ਆਉਂਦੀ ਹੈ। ਅਸਲ ਵਿੱਚ ਸਾਡਾ ਟਕਰਾਰ ਕਿਉਂ ਹੈ, ਝਗੜਾ ਕਿਉਂ ਹੈ, ਕਲੇਸ਼ ਕਿਉਂ ਹੈ? ਇਹਦਾ ਕਾਰਨ ਹੈ ਕਿ ਅਸੀਂ ਆਪਣੀ ਅਧੂਰੀ ਮੱਤਾਂ ਲੈ ਕੇ ਆਪਸ ਵਿੱਚ ਟਕਰਾ ਰਹੇ ਹਾਂ। ਅਧੂਰੀ ਮੱਤ ਲੈ ਕੇ ਇੱਕ ਦੂਜੇ ਨਾਲ ਉਲਝ ਰਹੇ ਹਾਂ, ਝਗੜਾ ਕਰ ਰਹੇ ਹਾਂ, ਕਲੇਸ਼ ਕਰ ਰਹੇ ਹਾਂ, ਇੱਕ ਦੂਜੇ ਦੇ ਨਾਲ ਬਹਿਸ ਬਸਈਆ ਕਰ ਰਹੇ ਹਾਂ। ਇਹਦਾ ਕਾਰਨ ਹੈ ਕਿ ਦੋਵੇਂ ਹੀ ਅਧੂਰੀ ਮੱਤ ਦੇ ਨੇ, ਪੂਰਾ ਕੋਈ ਵੀ ਨਹੀਂ। ਹੁਣ ਕਬੀਰ ਜੀ ਦੇ ਸ਼ਲੋਕ ਨੂੰ ਸਮਝਣ ਦਾ ਯਤਨ ਕਰੀਏ। ਕਬੀਰ ਜੀ ਕਹਿੰਦੇ ਨੇ ਹਮੋ ਜੋ ਬੂਝਾ ਬੂਝਣਾ, ਜਿਹੜਾ ਮੈਂ ਬੁੱਝਣੀ ਸੀ, ਗੱਲ ਸਮਝਣੀ ਸੀ, ਉਹ ਮੈਂ ਸਮਝ ਲਈ। ਇੱਕ ਪਾਸੇ ਜ਼ਿਕਰ ਕੀਤਾ ਨਾ ਕਬੀਰ ਜੀ ਨੇ ਵੀ ਜੋ ਮੇਰੇ ਗੱਲ ਸਮਝ ਵਿੱਚ ਆ ਗਈ ਉਹ ਹੁਣ ਮੈਂ ਦੁਨੀਆ ਨੂੰ ਸਮਝਾਉਣਾ, ਦੁਨੀਆ ਨਹੀਂ ਸਮਝਦੀ ਤੇ ਉਹਨਾਂ ਮਗਰ ਲੱਗ ਕੇ ਕੀ ਹੁਣ ਮੈਂ ਨਾ ਸਮਝ ਬੇਸਮਝ ਹੋ ਜਾ। ਜਦੋਂ ਮੇਰਾ ਮਨ ਰਾਜੀ ਹੋ ਗਿਆ, ਮਨ ਨੇ ਕਬੂਲ ਕਰ ਲਈ ਇਸ ਗੱਲ ਨੂੰ, ਕਿਉਂਕਿ ਮੇਰੀ ਮੱਤ ਪੂਰੀ ਹੋ ਗਈ। ਮਨ ਨੇ ਤਾਂ ਮੱਤ ਦੇ ਮਗਰ ਲੱਗਣਾ ਨਾ। ਜਿਹਦੀ ਮੱਤ ਅਧੂਰੀ ਹੋਏਗੀ ਮਨ ਵੀ ਅਧੂਰਾ ਕਰਮ ਕਰੇਗਾ, ਜਿਹਦੀ ਮੱਤ ਪੂਰੀ ਹੋਏਗੀ ਉਹਦਾ ਮਨ ਵੀ ਪੂਰਾ ਤੇ ਕਰਮ ਵੀ ਪੂਰਾ ਕਰੇਗਾ। ਤਾਂ ਹੀ ਸਾਹਿਬ ਨੇ ਕਿਹਾ ਸੀ ਅਧੂਰਿਆਂ ਕੋਲ ਜਾਓਗੇ ਤੇ ਅਧੂਰੀਆਂ ਮੱਤਾਂ ਲੈ ਕੇ ਆਓਗੇ, ਕਿਉਂਕਿ ਉਹ ਆਪ ਅਧੂਰੀ ਮੱਤ ਵਾਲੇ ਨੇ। ਪੂਰੇ ਕੋਲ ਆਓਗੇ ਤਾਂ ਪੂਰੀ ਮੱਤ ਮਿਲੇਗੀ, ਤਾਂ ਪੂਰੇ ਨਾਲ ਜੁੜ ਕੇ ਪੂਰੇ ਹੋ ਜਾਓਗੇ। ਸਰੀਰ ਛੱਡਣ ਨੂੰ ਪੂਰਾ ਨਹੀਂ ਕਹਿੰਦੇ। ਕੋਈ ਸਰੀਰ ਛੱਡ ਜਾਏ ਤੇ ਅਸੀਂ ਕਹੀਏ ਫਲਾਣਾ ਬੰਦਾ ਤੇ ਪੂਰਾ ਹੋ ਗਿਆ। ਮੱਤ ਤਾਂ ਅਧੂਰੀ ਸੀ ਉਹਦੀ, ਕਰਮ ਤਾਂ ਅਧੂਰੇ ਸੀ, ਜੀਵਨ ਤਾਂ ਅਧੂਰਾ ਰਹਿ ਗਿਆ ਤੇ ਅਸੀਂ ਕਹਿੰਦੇ ਆ ਪੂਰਾ ਹੋ ਗਿਆ। ਪੂਰਾ ਕਿਵੇਂ ਹੋਏਗਾ? ਪੂਰੇ ਗੁਰ ਕਾ ਸੁਨ ਉਪਦੇਸ਼। ਜਿਸ ਦਿਨ ਤੂੰ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਪਾਰ ਬ੍ਰਹਮ ਨਿਕਟ ਕਰ ਪੇਖ। ਜਦੋਂ ਤੂੰ ਇਹ ਪਾਰ ਬ੍ਰਹਮ ਨੂੰ ਨਿਕਟ ਦਾ ਅਰਥ ਕੀ ਹੈ? ਤੂੰ ਮੇਰਾ ਰਾਖਾ ਸਭਨੀ ਥਾਈਂ, ਕਿ ਤੂੰ ਮੇਰਾ ਰਖਵਾਲਾ ਹੈ ਸਾਰੀ ਥਾਵਾਂ ਤੇ, ਹਰ ਥਾਵਾਂ ਤੇ। ਜਿਹਨੇ ਪੂਰੇ ਗੁਰੂ ਦੀ ਮੱਤ ਲੈ ਕੇ ਪਾਰ ਬ੍ਰਹਮ ਨੂੰ ਨਿਕਟ ਸਮਝ ਲਿਆ, ਕਹਿੰਦੇ ਉਹਦੀ ਮੱਤ ਪੂਰੀ ਹੋ ਗਈ, ਫਿਰ ਉਹ ਅਧੂਰਾ ਨਹੀਂ ਰਹਿ ਗਿਆ। ਸਭ ਕਹਿੰਦੇ ਨੇ ਪੂਰੀ ਮੱਤ ਵਾਲਾ ਕੀ ਕਹਿੰਦਾ ਹੈ? ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੀ ਮੱਤ ਵਾਲਾ ਕਹਿੰਦਾ ਪੂਰੇ ਦੇ ਗੁਣ ਗਾ, ਤੇ ਅਧੂਰੀ ਮੱਤ ਵਾਲਾ ਕਹਿੰਦਾ ਤੂੰ ਮੇਰੇ ਗੁਣ ਗਾ। ਅਧੂਰੀ ਮੱਤ ਵਾਲਾ ਕਹਿੰਦਾ ਤੂੰ ਫਲਾਣੀ ਥਾਂ ਤੇ ਜਾ ਕੇ ਫਲਾਣੇ ਦੀ ਪੂਜਾ ਕਰ, ਫਲਾਣੇ ਥਾਂ ਤੇ ਜਾ ਕੇ ਫਲਾਣੇ ਦੀ ਪੂਜਾ ਕਰ। ਧਿਆਨ ਰੱਖਿਓ, ਪੂਰੀ ਮੱਤ ਵਾਲੇ ਦਾ ਮਾਈ ਬਾਪ ਇੱਕ ਹੁੰਦਾ ਹੈ, ਅਧੂਰੀ ਮੱਤ ਵਾਲੇ ਦੇ ਮਾਈ ਬਾਪ ਕਈ ਹੁੰਦੇ ਨੇ।
ਉਹ ਅੱਜ ਮਾਈ ਬਾਪ ਕਿਸੇ ਨੂੰ ਬਣਾਉਂਦਾ ਹੈ ਤੇ ਕੱਲ ਕਿਸੇ ਨੂੰ ਬਣਾਉਂਦਾ ਹੈ। ਉਹ ਫਿਰ ਜਿੰਨੇ ਦਿਨ ਨੇ ਉਨੇ ਹੀ ਉਹਦੇ ਮਾਈ ਬਾਪ ਨੇ। ਸੋਮਵਾਰ ਕਿਤੇ ਤੁਰਿਆ, ਮੰਗਲਵਾਰ ਕਿਤੇ ਤੁਰਿਆ, ਬੁੱਧਵਾਰ ਕਿਤੇ ਤੁਰਿਆ, ਵੀਰਵਾਰ ਕਿਤੇ। ਇਹਦਾ ਮਤਲਬ ਜਿੰਨੇ ਦਿਨ ਨੇ ਉਨੇ ਹੀ ਮਾਈ ਬਾਪ ਨੇ ਇਹਦੇ। ਜਿਹੜਾ ਅਸਲ ਮਾਲਕ ਤੋਂ ਸਾਂਝ ਟੁੱਟ ਜਾਏ ਨਾ, ਉਹਦੇ ਕਈ ਮਾਲਕ ਬਣ ਜਾਂਦੇ ਨੇ। ਇਹ ਉਦਾਹਰਨ ਆਪਾਂ ਰੋਜ਼ ਪੜ੍ਹਦੇ ਹੀ ਆ ਨਾ। ਛੁੱਟੈ ਤਿਲ ਬੁਆੜ ਜਿਉਂ ਸੁੰਝੈ ਅੰਦਰ ਖੇਤ। ਕਹਿਣ ਲੱਗੇ ਖੇਤ ਅੰਦਰ ਜਿਹੜਾ ਖੇਤਾਂ ਦਾ ਮਾਲਕ ਸੀ, ਉਹ ਜਦੋਂ ਤਿਲਾਂ ਦੇ ਬੂਟੇ ਨੂੰ ਉੱਥੇ ਛੱਡ ਜਾਂਦਾ ਤੇ ਉਹਦੇ ਕਈ ਮਾਲਕ ਆ ਕੇ ਬਣ ਗਏ। ਕਦੋਂ ਬਣੇ? ਜਦੋਂ ਉਹਦੇ ਆਪਣੇ ਮਾਲਕ ਨਾਲੋਂ ਉਹਦੀ ਸਾਂਝ ਟੁੱਟ ਗਈ। ਸਾਡਾ ਅਸਲ ਮਾਈ ਬਾਪ ਤੇ ਇੱਕੋ ਹੀ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਸਾਡਾ ਮਾਈ ਬਾਪ ਇੱਕੋ ਹੀ ਹੈ, ਇੱਕ ਅਕਾਲ ਪੁਰਖ ਪਰਮੇਸ਼ਵਰ। ਅਸੀਂ ਗੁਰਬਾਣੀ ਨੂੰ ਸਮਝਣਾ ਸੀ ਇੱਕ ਤੋਂ ਸ਼ੁਰੂ ਕਰਕੇ। ਇੱਕ ਓੰਕਾਰ, ਬਸ ਆ ਹੈ ਸਾਡਾ ਮਾਈ ਬਾਪ। ਸਾਰੀ ਗੁਰਬਾਣੀ ਇਹਨੂੰ ਹੀ ਸਮਝਾਉਣ ਵਾਸਤੇ। ਕਬੀਰ ਜੀ ਦੇ ਸ਼ਲੋਕ, ਬਾਬਾ ਫਰੀਦ ਸਾਹਿਬ ਦੇ ਸ਼ਲੋਕ ਇਸੇ ਗੱਲ ਨੂੰ ਸਮਝਾਉਣ ਵਾਸਤੇ ਨੇ ਕਿ ਬੰਦਿਆ ਤੇਰੀ ਮੱਤ ਪੂਰੀ ਹੋ ਜਾਏ ਤੇ ਤੈਨੂੰ ਮਾਈ ਬਾਪ ਦੀ ਸਮਝ ਆ ਜਾਏ, ਤੂੰ ਇੱਕ ਦੇ ਨਾਲ ਜੁੜ ਸਕੇ। ਤੇ ਜੇ ਤੇਰੀ ਮੱਤ ਅਧੂਰੀ ਹੈ, ਤੂੰ ਫਿਰ ਹਰ ਦਿਨ ਜਿਹੜਾ ਕਦੀ ਕਿਸੇ ਨਾਲ ਜੁੜੇਗਾ, ਕਦੀ ਕਿਸੇ ਨਾਲ ਜੁੜੇਗਾ। ਹਰ ਦਿਨ ਤੇਰਾ ਸਿਰ ਕਦੀ ਪੂਰਬ ਵੱਲ ਨੂੰ ਨਿਵੇਗਾ, ਕਦੀ ਪੱਛਮ ਵੱਲ ਨੂੰ, ਕਦੀ ਕਿਤੇ ਮੜੀਆਂ ਨੂੰ, ਕਦੇ ਮਸਾਣਾ ਨੂੰ, ਕਿਉਂਕਿ ਤੇਰੀ ਮੱਤ ਅਧੂਰੀ ਹੈ। ਤਾਂ ਹੀ ਤੇ ਸਾਹਿਬ ਨੇ ਕਿਹਾ ਸੀ, ਮਨ ਤੂੰ ਕਿਉਂ ਭੈੜੀ ਮੱਤੇ ਮਗਰ ਲੱਗਾ ਹੋਇਆ ਹੈ? ਤੂੰ ਗੁਰੂ ਦੀ ਮੱਤ ਦੇ ਮਗਰ ਲੱਗ, ਤੇਰੀ ਮੱਤ ਆਪੇ ਹੀ ਚੰਗੀ ਹੋ ਜਾਏਗੀ। ਇਸ ਲਈ ਸਾਹਿਬ ਜੀ, ਕਬੀਰ ਜੀ ਕਹਿੰਦੇ, ਜੋ ਮੈਂ ਸਮਝਣਾ ਸੀ ਮੈਂ ਸਮਝ ਲਿਆ, ਮੇਰੀ ਮੱਤ ਪੂਰੀ ਹੋ ਗਈ ਹੈ। ਅਧੂਰੀ ਮੱਤ ਵਾਲਾ ਸੀ, ਜਦੋਂ ਪਰਮੇਸ਼ਵਰ ਦੇ ਨਾਮ ਦਾ ਆਸਰਾ ਲਿਆ, ਉਹ ਅਧੂਰੀ ਮੱਤ ਪੂਰੀ ਹੋ ਗਈ। ਵੈਸੇ ਨਾ ਸਾਨੂੰ ਬਾਹਰੋਂ ਸਭ ਕੁਝ ਪੂਰਾ ਹੀ ਚਾਹੀਦਾ ਹੈ, ਅਧੂਰਾ ਕੁਝ ਵੀ ਨਹੀਂ ਚਾਹੀਦਾ। ਜੋ ਵੀ ਅਸੀਂ ਆਪਣੇ ਜੀਵਨ ਨਾਲ ਜੋੜਨਾ ਚਾਹੁੰਦੇ ਹਾਂ, ਪੂਰਾ ਹੀ ਜੋੜਨਾ ਚਾਹੁੰਦੇ ਹਾਂ। ਜੇ ਅਸੀਂ ਘਰ ਬਣਾਉਂਦੇ ਹਾਂ, ਅਸੀਂ ਕਹਿੰਦੇ ਹਾਂ ਪੂਰਾ ਕੰਪਲੀਟ ਹੋ ਜਾਏ। ਕੱਪੜਾ ਸਿਵਾਉਂਦੇ ਹਾਂ ਤੇ ਕਹਿੰਦੇ ਪੂਰੀ ਤਰ੍ਹਾਂ ਚੰਗਾ ਸੀਤਾ ਹੋਵੇ। ਰੋਟੀ ਜੇ ਅਸੀਂ ਖਾਂਦੇ ਹਾਂ, ਅੰਨ ਖਾਂਦੇ ਹਾਂ, ਚੰਗੀ ਤਰ੍ਹਾਂ ਪੱਕਿਆ ਹੋਵੇ, ਕੋਈ ਵੀ ਚੀਜ਼ ਹੋਵੇ। ਪਰ ਜਦੋਂ ਅਸੀਂ ਮੱਤ ਦੀ ਗੱਲ ਕਰੀਏ ਤੇ ਫਿਰ ਮੱਤ ਅਸੀਂ ਅਧੂਰੀ ਲੈ ਰਹੇ ਹਾਂ, ਅਧੂਰੀ ਮੱਤ ਵਾਲੇ ਦੇ ਮਗਰ ਲੱਗੇ ਹੋਏ ਹਾਂ। ਤੋ ਕਬੀਰ ਸਾਹਿਬ ਜੀ ਨੇ ਕੀ ਕਿਹਾ? ਕਬੀਰ ਜੀ ਕਹਿੰਦੇ ਨੇ ਕਿ ਜੋ ਮੈਂ ਤੁਹਾਨੂੰ ਕਹਿ ਰਿਹਾ, ਪਹਿਲੀ ਗੱਲ ਤੇ ਹਮੋ ਜੋ ਬੂਝਾ ਬੂਝਣਾ, ਜੋ ਮੈਂ ਬੂਝਣਾ ਸੀ, ਸਮਝਣਾ ਸੀ, ਉਹ ਮੈਂ ਸਮਝ ਲਿਆ। ਮੇਰੀ ਮੱਤ ਪੂਰੀ ਹੋ ਗਈ। ਹੁਣ ਪੂਰੀ ਪਰੀ ਬੁਲਾਏ, ਉਹ ਜਿਹੜੀ ਮੱਤ ਪੂਰੀ ਹੋ ਗਈ ਹੈ ਨਾ, ਉਹੀ ਹੁਣ ਬੁਲਾ ਰਹੀ ਹੈ। ਉਹੀ ਮੈਂ, ਜੋ ਮੇਰੇ ਕੋਲੋਂ ਬੁਲਵਾ ਰਹੀ ਹੈ, ਉਹੀ ਮੈਂ ਦੁਨੀਆ ਨੂੰ ਕਹਿ ਰਿਹਾ। ਹੁਣ ਕਬੀਰ ਜੀ ਕਹਿੰਦੇ ਮੈਂ ਨਹੀਂ ਕਹਿ ਰਿਹਾ, ਹੁਣ ਜਿਹੜੀ ਮੇਰੀ ਮੱਤ ਹੈ ਉਹੀ ਮੇਰੇ ਕੋਲੋਂ ਬੁਲਵਾ ਕੇ ਦੁਨੀਆ ਨੂੰ ਸਮਝਾ ਰਹੀ ਹੈ ਕਿ ਦੁਨੀਆ ਦੇ ਲੋਕੋ, ਜਿੱਥੇ ਡਰ ਹੁੰਦਾ ਹੈ ਉੱਥੇ ਪਰਮੇਸ਼ਵਰ ਦਾ ਨਾਮ ਨਹੀਂ ਹੁੰਦਾ, ਤੇ ਜਿੱਥੇ ਪਰਮੇਸ਼ਵਰ ਦਾ ਨਾਮ ਹੁੰਦਾ ਉੱਥੇ ਡਰ ਨਹੀਂ ਹੁੰਦਾ। ਜਿੱਥੇ ਪਰਮੇਸ਼ਵਰ ਦਾ ਨਾਮ ਹੁੰਦਾ ਉੱਥੇ ਭਰਮ ਭਉ ਨਹੀਂ ਹੁੰਦਾ, ਤੇ ਜਿੱਥੇ ਪਰਮੇਸ਼ਵਰ ਦਾ ਨਾਮ ਨਾ ਹੋਵੇ ਉੱਥੇ ਭਰਮ ਵੀ ਹੁੰਦਾ, ਉੱਥੇ ਭਉ ਵੀ ਹੁੰਦਾ। ਕਬੀਰ ਸਾਹਿਬ ਜੀ ਇਹ ਸਮਝਾਉਂਦੇ ਹਨ, ਵੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ। ਕਬੀਰ ਜੀ ਕਹਿੰਦੇ ਮੈਂ ਵੇਖੇ ਨੇ ਲੋਕ ਜਿਹੜੇ ਅਧੂਰੀ ਮੱਤ ਦੇ ਮਗਰ ਲੱਗ ਕੇ ਮਨ ਕਰਕੇ ਕਰਮ ਉਹ ਕਰ ਬੈਠੇ ਨੇ। ਜਦੋਂ ਉਹਨਾਂ ਦੇ ਕੀਤੇ ਹੋਏ ਕਰਮ ਦੀ ਮਾਰ ਪੈਂਦੀ ਹੈ ਨਾ, ਤੇ ਉਸ ਮਾਰ ਦੇ ਨਾਲ ਜਦੋਂ ਚੋਟ ਲੱਗਦੀ ਹੈ ਤੇ ਕੀ ਹੁੰਦਾ ਹੈ? ਪੀੜਾ ਹੁੰਦੀ ਹੈ, ਦਰਦ ਹੁੰਦਾ ਹੈ, ਪੀੜਾ ਹੁੰਦੀ ਹੈ। ਉਹ ਫਿਰ ਕੀ ਕਰਦੇ ਨੇ? ਉਸ ਪੀੜ, ਉਸ ਦਰਦ ਵਿੱਚ ਵੀ ਹੋਰਾਂ ਨੂੰ ਹੀ ਪੁਕਾਰਦੇ ਨੇ। ਉਹ ਫਿਰ ਵੀ ਰੱਬ ਨੂੰ ਚੇਤੇ ਨਹੀਂ ਕਰਦੇ, ਉਹ ਫਿਰ ਵੀ ਰੱਬ ਅੱਗੇ ਪੁਕਾਰ ਨਹੀਂ ਕਰਦੇ ਕਿ ਮਾਲਕ ਜੀ ਤੁਸੀਂ ਮਿਹਰ ਕਰੋ, ਇਸ ਦੁੱਖ ਤੋਂ, ਇਸ ਦਰਦ ਤੋਂ, ਪੀੜਾ ਤੋਂ ਕੱਢ ਲਓ। ਹੁਣ ਨਾ ਸਮਝ ਹੋਣ ਕਰਕੇ ਉਹ ਫਿਰ ਪੁਕਾਰਾਂ ਹੋਰ ਅੱਗੇ ਹੀ ਕਰਦੇ ਨੇ। ਉਹ ਕਦੇ ਦੀਵੇ ਜਗਾਉਂਦੇ ਨੇ ਤੇ ਕਦੇ ਕੁਛ ਕਰਦੇ ਨੇ। ਪਰ ਜਿਹਨੂੰ ਪੂਰੇ ਗੁਰੂ ਦੀ ਮੱਤ ਨਾਲ ਸਮਝ ਆ ਗਈ, ਉਹ ਪਤਾ ਕੀ ਕਹਿੰਦਾ ਹੈ? ਉਹ ਕਹਿੰਦਾ ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ,
ਦੁਖ ਨ ਸਕੈ ਬਿਆਪ। ਉਹ ਕਹਿੰਦਾ ਦੀਨ ਦਰਦ ਨਿਵਾਰ ਠਾਕੁਰ, ਇਹ ਸਾਰੀ ਦੁਨੀਆ ਦੇ ਮਾਲਕ, ਆ ਮੇਰੇ ਨਿਮਾਣੇ ਦੀ ਬੇਨਤੀ ਸੁਣ। ਜਿਹੜਾ ਦੁੱਖ ਦਰਦ ਬਣਿਆ ਹੁਣ ਇਹਦੇ ਤੋਂ ਨਿਵਰਤੀ ਤੂੰ ਹੀ ਕਰ ਸਕਦਾ ਹੈ। ਜਿਹੜੇ ਅਸੀਂ ਕਰਮ ਕੀਤੇ ਹੁਣ ਕੁਦਰਤੀ ਮਾਰ ਪੈ ਰਹੀ ਹੈ ਨਾ, ਔਰ ਗੱਲ ਵੀ ਇੱਕ ਮੁਲਕ ਨੂੰ ਨਹੀਂ, ਸਾਰੇ ਮੁਲਕ ਦੇ ਵਾਸੀਆਂ ਨੂੰ ਮਾਰ ਪੈ ਰਹੀ ਹੈ। ਇਹ ਜਿਹੜੀ ਮਹਾਮਾਰੀ ਦੀ ਮਾਰ ਦੀ ਲਪੇਟ ਵਿੱਚ ਆ ਸਾਰਾ ਸੰਸਾਰ ਹੀ ਹੈ। ਸਾਰੇ ਸੰਸਾਰ ਦੇ ਵਿੱਚ ਵਸਦੇ ਹੋਏ ਜੀ ਜਿਹੜੇ ਨੇ ਇਸ ਮਾਰ ਨੂੰ ਸਹਿ ਰਹੇ ਨੇ। ਜਿਨ੍ਹਾਂ ਨੂੰ ਲਪੇਟ ਵਿੱਚ ਲੈ ਰਿਹਾ ਉਹ ਇਸ ਮਾਰ ਨੂੰ ਸਹਿ ਰਹੇ ਨੇ, ਤੇ ਕਈ ਇਸ ਦੇ ਡਰ ਵਿੱਚ ਜੀ ਰਹੇ ਨੇ। ਉਹ ਇਸ ਡਰ ਵਿੱਚ, ਖੌਫ ਵਿੱਚ ਜੀ ਰਹੇ ਨੇ ਕਿਤੇ ਆ ਮਾਰ ਸਾਨੂੰ ਨਾ ਪੈ ਜਾਏ। ਜਿਨ੍ਹਾਂ ਨੂੰ ਪੈ ਗਈ ਉਹ ਤਾਂ ਡਰੇ ਹੋਏ ਨੇ, ਪਰ ਜਿਨ੍ਹਾਂ ਨੂੰ ਨਹੀਂ ਪਈ ਡਰੇ ਉਹ ਵੀ ਹੋਏ ਨੇ। ਸਾਰਾ ਸੰਸਾਰ, ਸਾਰਾ ਮੁਲਕ ਹੀ ਜਿਹੜਾ ਉਹ ਡਰ ਰਿਹਾ ਹੈ, ਤੇ ਉਸ ਡਰ ਦੇ ਵਿੱਚ ਕੋਈ ਕਿਸੇ ਨੂੰ ਪੁਕਾਰ ਰਿਹਾ ਹੈ, ਕੋਈ ਕਿਸੇ ਨੂੰ ਪੁਕਾਰ ਰਿਹਾ ਹੈ, ਕੋਈ ਕਿਸੇ ਦੇ ਅੱਗੇ ਗਿੜਗਿੜਾ ਰਿਹਾ, ਕੋਈ ਕਿਸੇ ਦੇ ਅੱਗੇ। ਪਰ ਜਿਹਨੂੰ ਸਮਝ ਆ ਗਈ ਉਹ ਇੱਕ ਮਾਲਕ ਅੱਗੇ ਬੇਨਤੀ ਕਰ ਰਿਹਾ ਕਿ ਮਾਲਕ ਜੀ, ਅਸਲ ਵਿੱਚ ਸਾਰੇ ਦੁੱਖ ਦਰਦ ਦੀ ਨਿਵਰਤੀ ਤੁਹਾਡੇ ਰਾਹੀਂ ਹੋਣੀ ਹੈ। ਜੇ ਤੁਸੀਂ ਕਿਰਪਾ ਕਰ ਦਿਓਗੇ ਤਾਂ ਇਸ ਦੁੱਖ ਦਰਦ ਵਿੱਚੋਂ ਨਿਕਲਿਆ ਜਾ ਸਕਦਾ ਹੈ। ਪੂਰੇ ਗੁਰੂ ਸਾਹਿਬ ਨੇ ਮੱਤ ਦਿੱਤੀ ਕਿ ਜਦੋਂ ਤੂੰ ਅਰਦਾਸ ਕਰਨੀ ਤੇ ਕੀ ਕਰਨੀ ਹੈ, ਉਹ ਤੂੰ ਕਿਸੇ ਮੜੀ ਅੱਗੇ ਖਲੋ ਕੇ ਨਹੀਂ ਕਰਨੀ, ਤੂੰ ਕਿਸੇ ਦੇਹਧਾਰੀ ਅੱਗੇ ਖਲੋ ਕੇ ਨਹੀਂ ਕਹਿਣਾ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਇਹ ਕਿਸੇ ਤੂੰ ਕਿਸੇ ਮੜੀ ਮਸਾਣ ਅੱਗੇ ਜਾ ਕੇ, ਕਿਸੇ ਰੁੱਖ ਅੱਗੇ ਖਲੋ ਕੇ ਨਹੀਂ, ਤੂੰ ਤਾਂ ਉਸ ਕਰਤੇ ਨੂੰ ਅਨੁਭਵ ਕਰਕੇ, ਉਹਨੂੰ ਮਹਿਸੂਸ ਕਰਕੇ ਤੂੰ ਉਹਦੇ ਅੱਗੇ ਅਰਦਾਸ ਕਰ ਕਿ ਸਾਰੇ ਜੀਆਂ ਦੀ ਸੰਭਾਲ ਕਰਨ ਵਾਲੇ, ਮੇਰੀ ਤਾਂ ਪੁਕਾਰ ਸਿਰਫ ਤੇਰੇ ਚਰਨਾਂ ਵਿੱਚ ਹੈ, ਕਿਉਂਕਿ ਇਸ ਦਰਦ ਪੀੜਾ ਤੋਂ ਤੂੰ ਹੀ ਕੱਢ ਸਕਦਾ ਹੈ। ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਪਰ ਕਬੀਰ ਜੀ ਕਹਿੰਦੇ, ਕਬੀਰ ਮਾਰੇ ਬਹੁਤ ਪੁਕਾਰਿਆ। ਜਿਹਨੂੰ ਮਾਰ ਪੈਂਦੀ ਹੈ, ਅਧੂਰੀ ਮੱਤ ਨੇ ਮਨ ਤੋਂ ਕਰਮ ਅਧੂਰਾ ਕਰਾਇਆ। ਉਹ ਕਰਮ ਐਸੇ ਕੀਤੇ ਜਿਹਦੇ ਨਾਲ ਮਾਰ ਪਈ। ਹੁਣ ਜਦੋਂ ਮਾਰ ਪਈ ਤੇ ਪੁਕਾਰ ਕਰਦਾ, ਜਦੋਂ ਇਹ ਪੁਕਾਰਦਾ ਤੇ ਕੀ ਹੈ, ਕਹਿੰਦੇ ਪੀਰ ਪੁਕਾਰ ਹੈ। ਔਰ ਇੱਥੇ ਪੀਰ ਦਾ ਅਰਥ ਉਹ ਪੀਰ ਫਕੀਰ ਨਹੀਂ, ਇੱਥੇ ਪੀਰ ਦਾ ਅਰਥ ਹੈ ਪੀੜਾ। ਜਿਹੜੀ ਮਾਰ ਪਈ, ਉਹ ਚੋਟ ਲੱਗੀ, ਉਹਦੀ ਜਿਹੜੀ ਪੀੜਾ ਹੋ ਰਹੀ ਹੈ ਨਾ, ਉਸ ਪੀੜਾ ਵਿੱਚ ਵੀ ਹੋਰਾਂ ਨੂੰ ਹੀ ਚੇਤੇ ਕਰੀ ਜਾਂਦਾ, ਰੱਬ ਨੂੰ ਫਿਰ ਚੇਤੇ ਨਹੀਂ ਕਰਦਾ। ਮਾਰ ਪੈ ਰਹੀ ਹੈ, ਉਸ ਪੀੜਾ ਵਿੱਚ ਵੀ ਇਹਨੂੰ ਹਜੇ ਮੜੀਆਂ ਤੇ ਮਸਾਣਾ ਤੇ ਜੰਤਰ ਮੰਤਰ ਹੀ ਚੇਤੇ ਆਉਂਦੇ ਪਏ ਨੇ। ਹਜੇ ਵੀ ਇਹਨੂੰ ਦੇਹਧਾਰੀ ਚੇਤੇ ਆਉਂਦਾ ਪਿਆ ਹੈ। ਹਜੇ ਵੀ ਇਹਨੂੰ ਉਹ ਪਾਖੰਡ ਰਚਣ ਵਾਲਾ ਪਖੰਡੀ ਚੇਤੇ ਆਉਂਦਾ ਹੈ। ਹਜੇ ਵੀ ਇਹਨੂੰ ਰੱਬ ਚੇਤੇ ਨਹੀਂ ਆਉਂਦਾ ਪਿਆ। ਕਹਿੰਦੇ ਪੁਕਾਰ ਤਾਂ ਕਰ ਰਿਹਾ ਵੀ ਮੈਨੂੰ ਬਚਾ ਲਓ ਇਸ ਪੀੜਾ ਤੋਂ, ਪਰ ਹਜੇ ਵੀ ਹੋਰਾਂ ਦਾ ਧਿਆਨ ਮਨ ਵਿੱਚ ਰੱਖੀ ਬੈਠਾ ਹੈ। ਫਿਰ ਧਿਆਨ ਨਾਲ ਸਮਝ ਲੈਣਾ, ਕਬੀਰ ਮਾਰੇ ਬਹੁਤ ਪੁਕਾਰਿਆ। ਮਾਰ ਪਈ ਜਦੋਂ, ਫਿਰ ਇਹਨੇ ਪੁਕਾਰਿਆ, ਪੁਕਾਰ ਕੀਤੀ, ਪੀਰ ਪੁਕਾਰੈ। ਔਰ ਇਸ ਪੀੜਾ ਵਿੱਚ ਵੀ ਪੁਕਾਰ ਕਰਦਿਆਂ ਹੋਰਾਂ ਨੂੰ ਹੀ ਚੇਤੇ ਕਰੀ ਜਾਂਦਾ ਹੈ। ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਕਬੀਰ ਜੀ ਕਹਿੰਦੇ ਚੋਟ ਦੁਨੀਆ ਨੂੰ ਵੀ ਲੱਗ ਰਹੀ ਹੈ, ਚੋਟ ਮੈਨੂੰ ਵੀ ਲੱਗੀ। ਪਰ ਮੈਨੂੰ ਚੋਟ ਪਤਾ ਕਦੋਂ ਲੱਗੀ, ਜਦੋਂ ਚੋਟ ਮਰਮ ਕੀ ਲੱਗੀ। ਮਰਮ ਦਾ ਅਰਥ ਹੁੰਦਾ ਜਦੋਂ ਮੈਨੂੰ ਅਨੁਭਵ ਹੋਇਆ, ਜਦੋਂ ਮੈਂ ਖੋਜ ਕੀਤੀ। ਇੱਕ ਚੋਟ ਬਾਹਰ ਦੀ ਹੁੰਦੀ ਹੈ, ਇੱਕ ਅੰਦਰ ਦੀ ਹੁੰਦੀ ਹੈ। ਕਹਿਣ ਲੱਗੇ ਮੈਨੂੰ ਜਿਹੜੀ ਮਰਮ ਦੀ ਚੋਟ ਲੱਗੀ। ਕਿਹੜੀ ਚੋਟ ਲੱਗੀ? ਜਿਹੜੀ ਕਬੀਰ ਜੀ ਕਹਿੰਦੇ ਹਮੋ ਜੋ ਬੂਝਾ ਬੂਝਣਾ। ਜਿਹੜੀ ਮੈਂ ਗੱਲ ਬੁੱਝਣੀ ਸੀ ਬੁੱਝ ਲਈ। ਹੁਣ ਜਿਹੜਾ ਸਾਰੀ ਉਮਰ ਮੜੀਆਂ ਮਸਾਣਾ ਵੱਲ ਤੁਰਿਆ ਰਿਹਾ, ਉਹਨੂੰ ਜਿੱਦਣ ਸਮਝ ਆਈ ਕਿ ਪਰਮੇਸ਼ਵਰ ਤਾਂ ਇੱਕ ਹੈ, ਪਾਲਣ ਵਾਲਾ ਤੇ ਇੱਕ ਹੈ, ਉਹੀ ਮਾਈ ਬਾਪ ਹੈ, ਬੜੀ ਵੱਡੀ ਚੋਟ ਲੱਗੇਗੀ ਉਹਨੂੰ। ਬੜੀ ਵੱਡੀ ਉਹਨੂੰ ਚੋਟ ਲੱਗੇਗੀ ਕਿ ਮੈਂ ਸਾਰੀ ਉਮਰ ਬਸ ਮੜੀਆਂ ਤੇ ਹੀ ਮੱਥੇ ਟੇਕਦਾ ਰਿਹਾ। ਪਰ ਸਮਝ ਤਾਂ ਹੁਣ ਆਈ ਜਾ ਕੇ ਬਹੁਤ ਵੱਡੀ ਚੋਟ ਲੱਗੇਗੀ ਕਿ ਮੈਂ ਆਪਣੀ ਜ਼ਿੰਦਗੀ ਦਾ ਸਮਾਂ ਇੰਨਾ ਕਿਉਂ ਗਵਾ ਲਿਆ। ਮੈਂ ਮੜੀਆਂ ਮਸਾਣਾ ਤੇ ਜਾਂਦਾ ਹੋਇਆ ਕੀ ਲੱਭਿਆ। ਹੁਣ ਪਤਾ ਲੱਗਾ ਜਦੋਂ ਚੋਟ ਲੱਗੀ ਗਹਿਰੀ। ਗੁਰੂ ਅਮਰਦਾਸ ਜੀ ਨੂੰ ਲੱਗੀ ਸੀ ਨਾ ਚੋਟ, ਜਦੋਂ ਬਾਹਰ ਦੀ ਯਾਤਰਾ ਕਰਦੇ ਕਰਦੇ 19 ਵਾਰ ਯਾਤਰਾ ਹੋਈ ਤੇ ਨਾਲ ਦੇ ਸਾਥੀ ਨੇ ਆਖਿਆ ਗੁਰੂ ਕੌਣ ਹੈ?
ਕਹਿੰਦੇ ਗੁਰੂ ਕੌਣ ਕੀ ਹੁੰਦਾ ਹੈ? ਬੜੀ ਵੱਡੀ ਚੋਟ ਲੱਗ ਗਈ ਕਿ ਜਿਹਦਾ ਗੁਰੂ ਕੋਈ ਨਹੀਂ ਹੈ, ਉਹਦੇ ਨਾਲ ਬੈਠ ਕੇ ਖਾਣਾ ਖਾਧਾ ਹੋਇਆ ਵੀ ਮੇਰੀ ਤਾਂ ਕਮਾਈ ਭ੍ਰਿਸ਼ਟ ਹੋ ਗਈ। ਨਿਗੁਰੇ ਕਾ ਹੈ ਨਾਉ ਬੁਰਾ, ਤੁਸੀਂ ਸਾਰੇ ਧਰਮ ਦੇ ਕਰਮ ਕਰਦੇ ਰਹੋ ਤੇ ਗੁਰੂ ਵਾਲੇ ਨਾ ਬਣੋ, ਤੇ ਨਿਗੁਰੇ ਕਾ ਹੈ ਨਾਉ ਬੁਰਾ, ਬੜੀ ਵੱਡੀ ਚੋਟ ਹੈ। ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਮੈਨੂੰ ਵੀ ਚੋਟ ਲੱਗੀ ਸੀ, ਪਰ ਮੈਂ ਉਸ ਚੋਟ ਵਿੱਚ ਸੰਭਲ ਗਿਆ, ਮੈਨੂੰ ਸਮਝ ਆ ਗਈ। ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਕਬੀਰ ਜੀ ਕਹਿੰਦੇ ਜਦੋਂ ਮੈਨੂੰ ਚੋਟ ਲੱਗੀ ਨਾ, ਅੰਦਰੋਂ ਖੋਜੀ ਬਣ ਕੇ ਖੋਜਿਆ, ਮੈਂ ਇੱਕ ਥਾਂ ਤੇ ਟਿਕ ਗਿਆ। ਹੁਣ ਮੈਂ ਬਹੁਤੀਆਂ ਥਾਵਾਂ ਤੇ ਮੱਥੇ ਨਹੀਂ ਟੇਕਦਾ, ਹੁਣ ਮੈਂ ਬਹੁਤੀਆਂ ਥਾਵਾਂ ਤੇ ਬਹੁਤਿਆਂ ਦੇ ਨਾਮ ਨਹੀਂ ਧਿਆਉਂਦਾ। ਕਬੀਰ ਜੀ ਕਹਿੰਦੇ ਮੈਂ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਹੀ ਟਿਕ ਗਿਆ ਹਾਂ। ਕਬੀਰ ਚੋਟ ਸੋਹਿਲੀ ਸੇਲ ਕੀ ਲਾਗਤ ਲੈ ਉਸਾਸ। ਅਗਲੇ ਸ਼ਲੋਕ ਵਿੱਚ ਕਬੀਰ ਜੀ ਕਹਿੰਦੇ ਜਿਹੜੀ ਬਾਹਰ ਦੀ ਚੋਟ ਹੈ ਨਾ, ਜੇ ਮੰਨ ਲਓ ਵੀ ਇੱਕ ਵਾਰੀ ਆ ਕੇ ਕਿਤੇ ਸੇਲ ਦਾ ਅਰਥ ਹੈ ਨੇਜਾ, ਜਾਂ ਕੋਈ ਵੀ ਕਹਿ ਲਓ ਤੀਰ ਆ ਕਹਿ ਲਓ, ਕੋਈ ਵੀ ਸ਼ਸਤਰ ਅਸਤਰ, ਕਿ ਜਦੋਂ ਉਹ ਆ ਕੇ ਇੱਕ ਵਾਰੀ ਲੱਗਿਆ ਤੇ ਉਹਨੇ ਇੱਕੋ ਵਾਰੀ ਪ੍ਰਾਣ ਕੱਢ ਲਏ। ਵੀ ਚਲੋ ਇੱਕ ਵਾਰੀ ਆ ਕੇ ਲੱਗਿਆ, ਉਹ ਜਾਂ ਨੇਜਾ ਕਹਿ ਲਓ ਕਿ ਨੇਜਾ ਆ ਕੇ ਵੱਜਿਆ ਤੇ ਉਹਨੇ ਇੱਕੋ ਵਾਰੀ ਅੰਦਰੋਂ ਸਵਾਸ ਕੱਢ ਲਏ, ਚਲੋ ਜ਼ਿੰਦਗੀ ਮੁੱਕ ਗਈ। ਪਰ ਜਿਹੜੀ ਸ਼ਬਦ ਦੀ ਚੋਟ ਹੈ ਨਾ, ਇਹ ਸਹਾਰਨੀ ਬੜੀ ਔਖੀ ਹੈ। ਸ਼ਬਦਾਂ ਦੀ ਚੋਟ ਸਹਾਰਨੀ, ਕਈ ਵਾਰ ਨਾ ਕੋਈ ਸਾਨੂੰ ਕੋਈ ਗੱਲ ਕਹਿ ਦੇਵੇ, 10-20 ਸਾਲ ਬਾਅਦ ਵੀ ਉਹ ਗੱਲ ਸਾਨੂੰ ਅੰਦਰੋਂ ਚੁੱਭਦੀ ਰਹਿੰਦੀ ਹੈ ਵੀ ਫਲਾਣੇ ਨੇ ਮੈਨੂੰ ਇਹ ਗੱਲ ਕਿਉਂ ਆਖੀ, ਕਿਉਂਕਿ ਸ਼ਬਦ ਦੀ ਚੋਟ ਬੜੀ ਔਖੀ ਹੈ ਸਹਿਣੀ। 20 ਸਾਲ ਲੰਘ ਗਏ, ਹਜੇ ਵੀ ਉਹ ਸ਼ਬਦ ਦੀ ਚੋਟ ਅੰਦਰ ਇਹਨੂੰ ਦੁੱਖ ਦਿੰਦੀ ਹੈ ਵੀ ਮੈਨੂੰ 20 ਸਾਲ ਪਹਿਲਾਂ ਫਲਾਣੇ ਨੇ ਗੱਲ ਆਖੀ ਸੀ, ਅੱਜ ਵੀ ਮੈਨੂੰ ਚੁੱਭਦੀ ਹੈ। ਇਹਦਾ ਮਤਲਬ ਸ਼ਬਦ ਦੀ ਚੋਟ ਸਹਿਣੀ ਔਖੀ ਹੈ, ਸ਼ਸਤਰ ਦੀ ਚੋਟ ਸਹਿਣੀ ਸੌਖੀ ਹੈ। ਜਿਹੜੀ ਗੁਰਬਾਣੀ ਵਿੱਚੋਂ ਸਾਨੂੰ ਚੋਟ ਮਿਲਦੀ ਹੈ, ਉਹ ਸਹਿਣੀ ਬੜੀ ਔਖੀ ਜੇ। ਜਦੋਂ ਚੋਟ ਪੈਂਦੀ ਹੈ ਨਾ ਗੁਰਬਾਣੀ ਵਿੱਚੋਂ, ਕਈ ਤਾਂ ਗੁਰਬਾਣੀ ਪੜ੍ਹਨੀ ਸੁਣਨੀ ਛੱਡ ਦਿੰਦੇ ਨੇ ਵੀ ਆਹ ਚੋਟ ਨਹੀਂ ਸਾਡੇ ਕੋਲੋਂ ਸਹਾਰੀ, ਕਿਉਂਕਿ ਗੁਰਬਾਣੀ ਸੱਚ ਬੋਲਦੀ ਹੈ, ਗੁਰਬਾਣੀ ਸੱਚ ਦੱਸਦੀ ਹੈ, ਤੇ ਸੱਚ ਵਾਲੀ ਚੋਟ ਬੜੀ ਔਖੀ ਹੈ ਸਹਿਣੀ। ਇਸ ਲਈ ਕਬੀਰ ਜੀ ਕਹਿੰਦੇ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ, ਲੱਗਦਿਆਂ ਹੀ ਸਵਾਸ ਨਿਕਲ ਜਾਂਦੇ ਹਨ। ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਇਹਦੇ ਦੋ ਅਰਥ ਸਮਝ ਲੈਣੇ। ਕਹਿੰਦੇ ਚੋਟ ਸਹਾਰੈ ਸ਼ਬਦ ਕੀ, ਜਿਹੜੀ ਮੈਂ ਚੋਟ ਸਹੀ ਹੈ ਨਾ, ਉਹ ਬੜੀ ਔਖੀ ਹੈ, ਉਹ ਹੈ ਸ਼ਬਦ ਦੀ ਚੋਟ। ਗੁਰਬਾਣੀ ਸੁਣਨੀ ਔਖੀ ਲੱਗਦੀ ਹੈ ਨਾ, ਗੁਰਬਾਣੀ ਪੜ੍ਹਨੀ ਸੁਣਨੀ, ਇਹਦੀ ਵਿਚਾਰ ਸਮਝਣੀ ਬੜੀ ਔਖੀ ਲੱਗਦੀ ਹੈ। ਦੁਨੀਆ ਦੇ ਗੀਤ ਗਾਣੇ ਸੁਣਨੇ ਬੜੇ ਸੌਖੇ ਲੱਗਦੇ ਨੇ, ਕਿਉਂਕਿ ਗੁਰਬਾਣੀ ਦੀ ਚੋਟ ਸਹਿਣੀ ਬੜੀ ਔਖੀ ਹੈ। ਕਬੀਰ ਜੀ ਕਹਿੰਦੇ ਮੈਂ ਜਿਹੜੀ ਚੋਟ ਸਹੀ ਹੈ ਉਹ ਹੈ ਸ਼ਬਦ ਦੀ, ਤੇ ਜਿਹਦੀ ਸ਼ਬਦ ਦੀ ਮੈਂ ਚੋਟ ਸਹੀ ਹੈ, ਤਾਸ ਗੁਰੂ ਮੈਂ ਦਾਸ। ਤਾਸ ਦਾ ਅਰਥ ਹੈ ਉਸ ਗੁਰੂ ਦਾ ਮੈਂ ਦਾਸ ਹਾਂ, ਉਸ ਗੁਰੂ ਦਾ ਮੈਂ ਸੇਵਕ ਹਾਂ, ਜਿਸ ਦੇ ਸ਼ਬਦ ਦੀ ਚੋਟ ਨੂੰ ਮੈਂ ਸਹਿ ਕੇ ਜੋ ਮੈਂ ਬੁੱਝਣਾ ਸੀ ਉਹ ਬੁੱਝ ਲਿਆ, ਜੋ ਮੈਂ ਸਮਝਣਾ ਸੀ ਸਮਝ ਲਿਆ। ਹੁਣ ਮੈਨੂੰ ਮੌਤ ਦਾ ਵੀ ਡਰ ਨਹੀਂ ਲੱਗਦਾ। ਜੰਮ ਮੈਨੂੰ ਕੀ ਡਰਾਏਗਾ? ਆ ਬਿੱਲੀਆਂ ਤੇ ਆ ਨਿਛ ਮਾਰਨੀ ਤੇ ਆ ਮੜੀਆਂ ਮਸਾਣਾ ਧਾਗੇ ਤਵੀਤ ਮੈਨੂੰ ਕੀ ਡਰਾਉਣਗੇ? ਮੈਨੂੰ ਤਾਂ ਹੁਣ ਮੌਤ ਦਾ ਵੀ ਡਰ ਨਹੀਂ ਲੱਗਦਾ, ਕਿਉਂਕਿ ਜਿਸ ਗੁਰੂ ਦੇ ਸ਼ਬਦ ਦਾ ਮੈਂ ਚੋਟ ਅੰਦਰ ਸਹਿ ਲਈ ਨਾ, ਮੈਂ ਉਹਦਾ ਦਾਸ ਬਣ ਗਿਆ। ਤੇ ਸ਼ਬਦ ਕੀ ਹੈ ਸਾਡੇ ਲਈ? ਗੁਰੂ। ਗੁਰੂ ਕੀ ਹੈ ਸਾਡੇ ਲਈ? ਸ਼ਬਦ। ਦੂਜਾ ਅਰਥ, ਕਿਉਂਕਿ ਅਰਥ ਬਹੁਤ ਨੇ, ਜਿੰਨੇ ਗਹਿਰੇ ਜਾਂਦੇ ਜਾਓਗੇ। ਕਹਿੰਦੇ ਨੇ ਜੇ ਕੋਈ ਔਖੀ ਸ਼ਬਦ ਦੀ ਚੋਟ ਸਹਿ ਲਵੇ, ਮੈਂ ਉਹਨੂੰ ਗੁਰੂ ਤੇ ਆਪਣੇ ਆਪ ਨੂੰ ਦਾਸ ਮੰਨਣ ਨੂੰ ਤਿਆਰ ਹਾਂ। ਇਹਦਾ ਮਤਲਬ ਇਹ ਚੋਟ ਸਹਿਣੀ ਸੌਖੀ ਨਹੀਂ ਹੈ, ਇਹ ਬੜੀ ਔਖੀ ਹੈ ਚੋਟ। ਪਰ ਅਰਦਾਸ ਕਰਿਆ ਕਰੋ ਮਹਾਰਾਜ ਜੀਓ, ਆਹ ਚੋਟ ਕਿਤੇ ਸਾਨੂੰ ਲੱਗ ਜਾਏ, ਆਹ ਸ਼ਬਦ ਦਾ ਬਾਣ, ਸ਼ਬਦ ਦਾ ਤੀਰ ਆ ਕੇ ਸਾਨੂੰ ਕਿਤੇ ਲੱਗ ਜਾਏ, ਤੇ ਸਾਡੇ ਅੰਦਰੋਂ ਵੀ ਜਿੰਨੇ ਭਰਮ ਦੇ ਭਉ ਅੰਦਰ ਬਣੇ ਨੇ ਸਾਰੇ ਦੇ ਸਾਰੇ ਮੁੱਕ ਜਾਣ, ਅਨੁਭਵ ਹੋ ਜਾਏ। ਅਸੀਂ ਕੁਦਰਤ ਵਿੱਚ ਕਾਦਰ ਨੂੰ ਸਮਝ ਲਈਏ, ਆਪਣੇ ਆਪ ਦੇ ਵਿੱਚ ਅਸੀਂ ਉਸ ਕਰਤੇ ਨੂੰ ਸਮਝ ਲਈਏ। ਤੇ ਜਦੋਂ ਅੰਦਰੋਂ ਬਾਹਰ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ, ਜਦੋਂ ਇਹਨੂੰ ਸਮਝ ਲਓਗੇ, ਫਿਰ ਸਾਨੂੰ ਕੋਈ ਭਰਮ ਚ ਨਹੀਂ ਪਾ ਸਕਦਾ, ਕੋਈ ਸਾਨੂੰ ਡਰਾ ਧਮਕਾ ਨਹੀਂ ਸਕਦਾ, ਕਿਉਂਕਿ ਫਿਰ ਇੱਕ ਡਰ ਰਹੇਗਾ ਉਸ ਕਰਤੇ ਦਾ,
ਉਹਦੇ ਹੁਕਮ ਵਿੱਚ ਚੱਲਾਂਗੇ। ਫਿਰ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਹੇ ਖੜੋਵਣਾ ਦੀ ਅਵਸਥਾ ਬਣ ਜਾਏਗੀ। ਸਤਿਗੁਰੂ ਮਿਹਰ ਕਰਨ, ਜੋ ਕਬੀਰ ਜੀ ਨੇ ਆਪਣੇ ਪਾਵਨ ਬਚਨਾਂ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਔਰ ਗੁਰੂ ਸਾਹਿਬ ਦੀ ਮੱਤ ਲੈ ਕੇ ਆਪ ਜੀ ਨਾਲ ਸਾਂਝ ਪਾਈ, ਇਹ ਸਾਡੇ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਵਿਚਾਰ ਵਸ ਜਾਏ। ਅਸੀਂ ਇੱਕ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਦੇ ਹਾਂ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਜਿਹੜਾ ਹੈ ਉਹ ਬਣਾ ਸਕੀਏ। ਅੱਜ ਸਾਨੂੰ ਮਾਣ ਹੈ ਗੁਰੂ ਸਾਹਿਬ ਤੇ ਗੁਰੂ ਕੇ ਸਿੱਖਾਂ ਤੇ ਕਿ ਅੱਜ ਸਾਰਾ ਸੰਸਾਰ ਜਿਸ ਡਰ ਖੌਫ ਵਿੱਚ ਜੀ ਰਿਹਾ ਹੈ, ਤੇ ਜੇ ਕੋਈ ਬੇਖੌਫ ਹੋ ਕੇ ਸਮਾਜਿਕ ਸੇਵਾ ਵਿੱਚ ਜੁੜਿਆ ਹੋਇਆ ਗੁਰੂ ਦੀ ਮੱਤ ਲੈ ਕੇ, ਉਹ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ। ਬੇਅੰਤ ਥਾਵਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੇਅੰਤ ਸਮਾਜਿਕ ਤਲ ਤੇ ਜਿਹੜੀਆਂ ਸੇਵਾਵਾਂ ਹੋ ਰਹੀਆਂ, ਇਸ ਸਥਾਨ ਤੋਂ ਵੀ ਰੋਜ਼ਾਨਾ ਬੜੀਆਂ ਸੇਵਾਵਾਂ ਗੁਰੂ ਸਾਹਿਬ ਜੀ ਜਿਹੜੇ ਆ ਉਹ ਲੈ ਰਹੇ ਨੇ। ਤਕਰੀਬਨ ਜਿਹੜਾ 25-30 ਹਜ਼ਾਰ ਪ੍ਰਾਣੀਆਂ ਦਾ, ਜਿਹੜਾ ਨੂੰ ਇੱਕ ਦਾਣਾ ਵੀ ਲੋੜਵੰਦਾਂ ਵਾਸਤੇ, ਜਿਨ੍ਹਾਂ ਨੂੰ ਰੋਜ਼ ਨਸੀਬ ਨਹੀਂ ਹੋ ਰਿਹਾ, ਇੱਥੇ ਵੀ ਹਜ਼ਾਰਾਂ ਦੇ ਰੂਪ ਵਿੱਚ ਆ ਕੇ ਲੰਗਰ ਛਕ ਰਹੇ। ਔਰ ਜਿਹੜੇ ਥਾਵਾਂ ਤੇ ਲੋੜਵੰਦ ਨੇ ਉਹਨਾਂ ਥਾਵਾਂ ਤੇ ਵੀ ਜਿਹੜਾ ਲਿਜਾਣ ਦਾ ਇੱਥੋਂ ਪ੍ਰਬੰਧ ਹੋ ਰਿਹਾ ਹੈ। ਤਕਰੀਬਨ 25-30 ਹਜ਼ਾਰ ਜਿਹੜਾ ਉਹ ਗਿਣਤੀ ਕੀਤੀ ਹੈ ਕਿ ਇੰਨਾ ਲੰਗਰ ਤਿਆਰ ਹੋ ਕੇ ਪਤਾ ਨਹੀਂ ਕਿੰਨਿਆਂ ਦੇ ਮੁੱਖ ਵਿੱਚ ਪੈ ਰਿਹਾ ਹੈ। ਉੱਥੇ ਧਰਮ ਨਹੀਂ ਵੇਖਿਆ ਜਾ ਰਿਹਾ, ਜਾਤ ਬਰਾਦਰੀ ਨਹੀਂ ਵੇਖੀ ਜਾ ਰਹੀ, ਬਸ ਉੱਥੇ ਇਹ ਦੇਖਿਆ ਜਾ ਰਿਹਾ ਵੀ ਇਹ ਇਨਸਾਨ ਨੂੰ ਗੁਰੂ ਘਰ ਦੇ ਲੰਗਰ ਦੀ ਲੋੜ ਹੈ। ਉੱਥੇ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈ ਰਹੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹ ਜਿਹੜੀਆਂ ਸੇਵਾਵਾਂ ਨੇ ਇਹ ਸਾਰੀਆਂ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਆਪਣੇ ਸੇਵਕਾਂ ਪਾਸੋਂ ਲੈਂਦੇ ਰਹਿਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਨਾਲ ਜੋੜਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ। ਕਬੀਰ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਪਿਆ